ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਤੇ ਗੱਲ ਇਹ ਆ ਕਿ ਵੀ ਇਹ ਪ੍ਰੋਗਰਾਮ ਰੋਜ਼ ਤੁਸੀਂ ਦੇਖਦੇ ਹੋ ਤੇ ਇਸ ਵਕਤ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਇੱਕ ਪਾਸੇ ਇੱਕ ਬੰਦਾ ਬਰਫਾਂ 'ਚ ਬੈਠਾ ਤੇ ਦੂਸਰੇ ਪਾਸੇ ਇੱਕ ਬੰਦਾ ਗਰਮੀ 'ਚ ਬੈਠਾ। ਹੁਣ ਦੇਖ ਲਓ ਵੀ ਇਹ ਮਤਲਬ ਇਹ ਵੀ ਮਹਾਰਾਜ ਨੇ ਦਿਨ ਲਿਆਉਣੇ ਸੀਗੇ, ਕਿਉਂ ਬਾਠ ਸਾਹਿਬ? ਬਿਲਕੁਲ ਸੰਧਾਲੀਆ ਸਾਹਿਬ, ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਦਿਨ ਤਾਂ ਫਿਰ ਚਲੋ ਜੀ ਮਹਾਰਾਜ ਦੇ ਹੱਥ ਵੱਸੀ ਆ। ਵੈਸੇ ਇੰਨੀ ਵੀ ਗਰਮੀ ਨਹੀਂ ਹੈਗੀ ਇੱਥੇ। ਮੈਂ ਬਾਹਰ ਜਦੋਂ ਜਾਂਦਾ ਤਾਂ ਮਾੜਾ ਸਰੀਰ ਆ, ਠੰਡ ਲੱਗ ਸਕਦੀ, ਮੈਂ ਹਲਕੀ ਜਿਹੀ ਜੈਕਟ ਪਾ ਲੈਣਾ, ਪਰ ਤੁਹਾਡੇ ਨਾਲੋਂ ਬਹੁਤ ਫਰਕ ਹੈ ਕਿਉਂਕਿ ਤੁਸੀਂ ਬਰਫ਼ ਦੇ ਵਿੱਚ ਦੱਬੇ ਬੈਠੇ ਹੋ ਇਸ ਵੇਲੇ ਭਾਈ, ਤੇ ਇੱਧਰਲੇ ਪਾਸੇ ਤਾਂ ਫਿਰ ਦਸਤਾਨੇ ਟੋਪੀਆਂ ਨਾਂ ਦੀ ਕੋਈ ਚੀਜ਼ ਅਜੇ ਤੱਕ ਹੈ ਨਹੀਂ। ਹਾਂ ਨਹੀਂ, ਚਲੋ ਇੰਨਾ ਕੁ ਤੇ ਬਚਾਅ ਚਾਹੀਦਾ। ਪਰ ਗੱਲ ਇਹ ਆ ਵੀ ਇਹ ਦੇਖੋ ਕੈਨੇਡਾ 'ਚ ਜੇ ਬਰਫ਼ ਦੀ ਗੱਲ ਚੱਲਦੀ ਹੈ, ਬਰਫ਼ ਮਤਲਬ ਸਨੋ ਦੀ ਗੱਲ ਚੱਲਦੀ ਹੈ ਤੇ ਨਾਲ ਫਿਲਮ ਸਨੋਮੈਨ ਦੀ ਗੱਲ ਚੱਲਦੀ ਹੈ ਕਿਉਂਕਿ ਇਸ ਵਕਤ ਕਾਫੀ ਚਰਚਾ 'ਚ ਹੈ ਫਿਲਮ ਤੇ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਕੁਝ ਸ਼ਹਿਰਾਂ ਦੇ ਵਿੱਚ ਇਹਦੇ ਪ੍ਰੀਮੀਅਰ ਵੀ ਹੋਣੇ ਆ, ਉਹਦੀ ਵੀ ਕਹਿੰਦੇ ਵੀ ਤਿਆਰੀ ਆ। ਤੇ ਅਮਨ ਖਟਕਰ ਹੋਰਾਂ ਦੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਵੀ ਬਹੁਤ ਵੱਡਾ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਲੋਕਾਂ ਵੱਲੋਂ। ਸੰਧਾਲੀਆ ਸਾਹਿਬ ਬਿਲਕੁਲ, ਦੇਖੋ ਇਹਦੇ ਵਿੱਚ ਤਾਂ ਕੋਈ ਦੂਰ ਰਾਏ ਨਹੀਂ ਕਿਉਂਕਿ ਜਿੰਨਾ ਕੁ ਟ੍ਰੇਲਰ ਦੇਖਣ ਨੂੰ ਮਿਲਿਆ, ਜਿੰਨੇ ਕੁ ਗੀਤ ਜਿਹੜੇ ਵੇਖਣ ਸੁਣਨ ਨੂੰ ਮਿਲੇ ਆ, ਉਹਦੇ ਵਿੱਚੋਂ ਤਾਂ ਇਹੀ ਜਾਪਦਾ ਕਿ ਭਾਈ ਹਲਚਲ ਹੋਊਗੀ ਜ਼ਰੂਰ। ਤੇ ਦੂਸਰੀ ਗੱਲ ਜਿਹੜੀ ਹੈ ਕਿ ਕੈਨੇਡਾ ਦੇ ਵਿੱਚੋਂ ਕਿਉਂਕਿ ਪੰਜਾਬ ਨੂੰ ਬਹੁਤ ਸਾਰਾ ਸਰਮਾਇਆ ਆਉਂਦਾ ਰਿਹਾ, ਪੰਜਾਬੀਆਂ ਦੇ ਕੈਨੇਡਾ ਦੇ ਨਾਲ ਕਨੈਕਸ਼ਨ ਬੜੇ ਗੂੜੇ ਨੇ। ਅਸੀਂ ਹਰ ਵੇਲੇ ਆਸ ਦੀ ਨਜ਼ਰ ਦੇ ਨਾਲ ਉਧਰਲੇ ਪਾਸੇ ਜਿਹੜਾ ਵਸਦਾ ਪੰਜਾਬੀ ਭਾਈਚਾਰਾ ਤੱਕਦੇ ਆ, ਪਰ ਉੱਥੇ ਹੁਣ ਜਿਹੜਾ ਪੰਜਾਬੀ ਭਾਈਚਾਰਾ ਪਹੁੰਚਾ ਉਹਦੀਆਂ ਕੀ ਸਮੱਸਿਆਵਾਂ ਆ ਰਹੀਆਂ ਨੇ, ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੀਆਂ ਮਾਨਸਿਕ ਤੌਰ ਦੇ ਉੱਤੇ। ਪਰਿਵਾਰਾਂ ਦੇ ਵਿੱਚ ਕਹਿੰਦੇ ਆ ਕਿ ਸਾਰੀਆਂ ਚੀਜ਼ਾਂ ਰੂਪਮਾਨ ਭਾਈ ਕੀਤੀਆਂ ਇੱਕ ਵੱਖਰੇ ਤਰੀਕੇ ਦੇ ਨਾਲ, ਤੇ ਵੇਖਦੇ ਆ 2 ਤਰੀਕ ਨੂੰ ਫਿਰ। ਬਿਲਕੁਲ ਜੀ, ਸੋ ਤੁਸੀਂ ਵੀ ਨੋਟ ਕਰ ਲਓ ਜੀ, ਤਰੀਕ ਮਿਸ ਨਾ ਕਰਨਾ। 2 ਦਸੰਬਰ ਨੂੰ ਦੁਨੀਆ ਭਰ 'ਚ ਫਿਲਮ ਰਿਲੀਜ਼ ਹੋ ਰਹੀ ਹੈ। ਤੁਸੀਂ ਜਿਸ ਵੀ ਸ਼ਹਿਰ 'ਚ ਰਹਿੰਦੇ ਹੋ, ਚਾਹੇ ਪੰਜਾਬ 'ਚ, ਚਾਹੇ ਪੰਜਾਬੋਂ ਬਾਹਰ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਵੀ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਤੇ ਆਪਾਂ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ ਬਾਠ ਸਾਹਿਬ, ਤੇ ਕਿੱਧਰੋਂ ਸ਼ੁਰੂ ਕਰਨੀ ਗੱਲ? ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਖਬਰਾਂ ਸਿੱਧੀਆਂ ਜੇ ਆਪਾਂ ਸਟਾਰਟ ਕਰਨੀਆਂ ਹੋਣ ਤੇ ਕਰਨੀਆਂ ਚਾਹੀਦੀਆਂ ਸੁੱਚਾ ਸਿੰਘ ਲੰਗਾਹ ਹੋਣ ਵਾਲੇ ਪਾਸਿਓਂ, ਕਿਉਂਕਿ ਉਧਰਲੇ ਪਾਸੇ ਹੁਣ ਚਰਚਾ ਦਾ ਦੌਰ ਜਿਹੜਾ ਉਹ ਖਤਮ ਨਹੀਂ ਹੁੰਦਾ। ਜਦੋਂ ਬੀਤੇ ਕੱਲ ਆਪਾਂ ਪ੍ਰਾਈਮ ਫੋਕਸ ਪ੍ਰੋਗਰਾਮ ਕਰਦੇ ਸੀ ਤੇ ਉਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਸਾਹਿਬਾਨ ਨੇ, ਉਹਨਾਂ ਵੱਲੋਂ ਕੌਮ ਨੂੰ ਸੁਨੇਹਾ ਆ ਗਿਆ ਸੀ ਕਿ ਭਾਈ ਤਨਖਾਹ 21 ਦਿਨਾਂ ਦੀ ਲਾਤੀ ਹੈ। ਨਾਲ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਇੰਨੇ ਸਾਲਾਂ ਦੇ ਲਈ ਧਾਰਮਿਕ ਤੌਰ ਦੇ ਉੱਤੇ ਕੋਈ ਸਰਗਰਮੀ ਗਤੀਵਿਧੀ ਨਹੀਂ ਕਰ ਸਕਣਗੇ, ਰਾਜਨੀਤਿਕ ਤੌਰ ਦੇ ਉੱਤੇ ਪਾਬੰਦੀ ਜਿਹੜੀ ਉਹ ਕੋਈ ਨਹੀਂ। ਉਦੋਂ ਵੀ ਆਪਾਂ ਚਰਚਾ ਕਰਦੇ ਸੀ, ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਬੜੀ ਹੋਈ ਕਿ ਭਾਈ ਅਚਾਨਕ ਸੁੱਚਾ ਸਿੰਘ ਲੰਗਾਹ ਹੋਰੀ ਜਿਹੜੇ ਪਹਿਲਾਂ ਬਹੁਤ ਵਾਰੀ ਬੇਨਤੀਆਂ 5 ਸਾਲਾਂ ਦੇ ਵਿੱਚ ਕਰਦੇ ਰਹੇ, ਉਹਨਾਂ ਦੀ ਪੰਥ ਵਾਪਸੀ, ਉਹਨਾਂ ਨੂੰ ਤਨਖਾਹ ਲਾਉਣੀ, ਇਹਦੇ ਤੋਂ ਇਲਾਵਾ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੈਂਸ਼ਨ ਕਰਨੀਆਂ ਕਿ ਧਾਰਮਿਕ ਤੌਰ ਦੇ ਉੱਤੇ ਆਹ ਚੀਜ਼ਾਂ ਆਉਣ ਵਾਲੇ ਇੰਨੇ ਸਾਲ ਤੁਸੀਂ ਨਹੀਂ ਕਰ ਸਕਦੇ, ਰਾਜਨੀਤਿਕ ਤੌਰ ਦੇ ਉੱਤੇ ਪਾਬੰਦੀ ਕੋਈ ਨਹੀਂ। ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਚੇਤੇ ਆਉਂਦਾ ਸੀ ਜਿਸ ਪਾਰਟੀ ਦੇ ਵਿੱਚ ਉਹ ਰਹੇ ਨੇ। ਹੁਣ ਜਿਸ ਮਾਝੇ ਤੋਂ ਸੁੱਚਾ ਸਿੰਘ ਲੰਗਾਹ ਆਉਂਦੇ ਨੇ, ਉਸੇ ਮਾਝੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਵਿਰਸਾ ਸਿੰਘ ਵਲਟੋਆ ਸਾਹਿਬ ਨੇ ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਪੋਸਟ ਪਾਈ ਹੈ, ਫੋਟੋ ਜਥੇਦਾਰ ਸਾਹਿਬ ਦੀ ਵੀ ਲਾਈ ਹੈ, ਲੰਗਾਹ ਸਾਹਿਬ ਦੀ ਵੀ ਨਜ਼ਰ ਆਉਂਦੀ ਹੈ। ਤੇ ਵਲਟੋਆ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ, ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਦਾ ਮਾਣ ਸਤਿਕਾਰ ਬਹੁਤ ਕਰਦਾ ਜਿੰਨਾ ਕਿ ਇੱਕ ਸਿੱਖ ਨੂੰ ਕਰਨਾ ਚਾਹੀਦਾ। ਦੂਸਰਾ ਉਹ ਕਹਿੰਦੇ ਜੀ ਪਿਛਲੇ 5-7 ਸਾਲ ਇਹ ਤਾਂ ਸੁੱਚਾ ਸਿੰਘ ਲੰਗਾਹ ਹੋਰਾਂ ਨੂੰ ਹੀ ਪਤਾ ਹੈ ਕਿ ਉਹਨਾਂ ਨਾਲ ਜਦੋਂ ਸਮਾਜ ਦੇ ਵਿੱਚ ਕੋਈ ਰਿਸ਼ਤਾ ਰੱਖਣ ਨੂੰ ਤਿਆਰ ਨਹੀਂ ਸੀ, ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਸੀ, ਉਹਨਾਂ ਨੇ ਕਿੰਨਾ ਔਖਾ ਸਮਾਂ ਕੱਢਿਆ ਹੋਊਗਾ। ਅਗਲੀ ਗੱਲ ਉਹਨਾਂ ਨੇ ਕਹਿ ਦਿੱਤੀ, ਉਹ ਕਹਿੰਦੇ ਕੋਈ ਪਹਿਲੀ ਵਾਰ ਨਹੀਂ, ਬੜੇ ਨਾਮੀ ਗ੍ਰਾਮੀ ਜਿਹੜੇ ਸਿੱਖ ਹੈ ਉਹਨਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ, ਉਹਨਾਂ ਨੂੰ ਤਨਖਾਹਾਂ ਲੱਗਦੀਆਂ ਰਹੀਆਂ, ਉਹ ਪੰਥ 'ਚ ਵਾਪਸੀ ਕਰਦੇ ਰਹੇ ਆ, ਇਹ ਕੋਈ ਪਹਿਲਾ ਕੇਸ ਨਹੀਂ। ਅਗਲੀ ਗੱਲ, ਪਰ ਉਹ ਕਹਿੰਦੇ ਇੱਕ ਗੱਲ ਜ਼ਰੂਰ ਹੈ ਕਿ ਪੰਥ ਦੇ ਵਿੱਚੋਂ ਛੇਕੇ ਹੋਏ ਸਿੱਖ ਨੂੰ ਪੰਥ ਦੇ ਵਿੱਚ ਵਾਪਸ ਕਰਾਉਣਾ, ਉਹਨੂੰ ਤਨਖਾਹ ਲਾਉਣਾ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਅਸੀਂ ਸਾਰੇ ਸਤਿਕਾਰ ਕਰਦੇ ਹਾਂ। ਪਰ ਉਹ ਕਹਿੰਦੇ ਜਿਹੜੀਆਂ ਛੋਟਾਂ ਨਾਲ ਦਿੱਤੀਆਂ ਗਈਆਂ, ਜਿਹੜੀਆਂ ਨਾਲ ਕੁਝ ਸ਼ਰਤਾਂ ਰੱਖੀਆਂ ਗਈਆਂ, ਜੇ ਉਹਨਾਂ ਤੋਂ ਜਥੇਦਾਰ ਸਾਹਿਬ ਗੁਰੇਜ਼ ਕਰਦੇ ਤਾਂ ਚੰਗਾ ਹੋਣਾ ਸੀ। ਉਹ ਕਹਿੰਦੇ ਜੀ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਸੋਸ਼ਲ ਮੀਡੀਆ ਤੇ ਜਾਂ ਆਮ ਸੰਗਤ ਵਿੱਚ ਪ੍ਰਭਾਵ ਜਾਂਦਾ
ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕਰਾਇਆ ਹੁੰਦਾ, ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਫੈਸਲੇ ਦੇ ਨਾਲ। ਨਾ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਫੈਸਲੇ ਦੇ ਉੱਤੇ ਪ੍ਰਭਾਵ ਪਾਇਆ, ਨਾ ਇਸ ਮੁੱਦੇ ਤੇ ਪਾਇਆ, ਨਾ ਭਵਿੱਖ ਦੇ ਵਿੱਚ ਕਦੇ ਸੋਚ ਹੀ ਨਹੀਂ ਸਾਡੀ। ਹੁਣ ਉਹ ਕਹਿੰਦੇ ਮੈਂ ਤਾਂ ਜਥੇਦਾਰ ਸਾਹਿਬ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਕਿ ਭਾਈ ਆਹ ਜਿਹੜੀ ਗੱਲ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਛੋਟ ਹੈ, ਧਾਰਮਿਕ ਤੌਰ ਦੇ ਉੱਤੇ ਛੋਟ ਨਹੀਂ, ਇਸ ਫੈਸਲੇ ਦੇ ਉੱਤੇ ਪੁਨਰ ਵਿਚਾਰ ਕੀਤਾ ਜਾਵੇ, ਕਿਉਂਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਕਾਲੀ ਦਲ ਨੂੰ ਸੱਟ ਵੱਜ ਸਕਦੀ ਹੈ। ਉਹਨਾਂ ਤੇ ਇੱਥੋਂ ਤੱਕ ਵੀ ਕਹਿਤਾ, ਉਹ ਕਹਿੰਦੇ ਜੀ ਕੁਝ ਧਿਰਾਂ ਹੋ ਸਕਦੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹਣ, ਇਹਦੇ ਪਿੱਛੇ ਉਹਨਾਂ ਤਾਕਤਾਂ ਦਾ ਹੱਥ ਹੋ ਸਕਦਾ। ਹੁਣ ਸੰਧਾਲੀਆ ਸਾਹਿਬ ਜਿਹੜੀ ਗੱਲ ਆਪਾਂ ਕੱਲ ਕਰਦੇ ਸੀ ਕਿ ਭਾਈ ਕੀ ਸੁੱਚਾ ਸਿੰਘ ਲੰਗਾਹ ਦੁਬਾਰਾ ਹੁਣ ਸਿਆਸੀ ਤੌਰ ਤੇ ਸਰਗਰਮ ਹੋਣਗੇ, ਜੇ ਸਰਗਰਮ ਹੋਣਗੇ ਤਾਂ ਕੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਆਉਣਗੇ? ਉਹ ਚਰਚਾ ਸਾਰੇ ਪਾਸੇ ਚੱਲ ਪਈ ਕਿ ਅਚਾਨਕ ਫੈਸਲਾ ਹੁੰਦਾ ਤੇ ਫੈਸਲੇ ਦੇ ਵਿੱਚ ਵੀ ਆਹ ਚੀਜ਼ ਕਿ ਰਾਜਨੀਤਿਕ ਤੌਰ ਦੇ ਉੱਤੇ ਵਿਚਰ ਸਕਦੇ ਹੋ। ਹੁਣ ਵਿਰਸਾ ਸਿੰਘ ਵਲਟੋਆ ਕਿਉਂਕਿ ਮਾਝੇ ਦੇ ਨੇ, ਉਹਨਾਂ ਨੂੰ ਕੀ ਪਤਾ ਕਿ ਇਸ ਗੱਲ ਦਾ ਨੁਕਸਾਨ ਤੇ ਨਫਾ ਕੀ ਹੋ ਸਕਦਾ, ਪਰ ਉਹ ਪਹਿਲੇ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਨਿੱਠ ਕੇ ਕਿਹਾ ਕਿ ਦੁਬਾਰਾ ਵਿਚਾਰ ਜਿਹੜੀ ਉਹ ਕੀਤੀ ਜਾਵੇ। ਨਾਲ ਹੀ ਉਹਨਾਂ ਨੇ ਵੀ ਕਿਹਾ, ਕਹਿੰਦੇ ਲੰਗਾਹ ਸਾਹਿਬ ਦੀ ਦੇਣ ਬੜੀ ਆ ਅਕਾਲੀ ਦਲ ਨੂੰ, ਕੰਮ ਬੜਾ ਕੀਤਾ ਉਹਨਾਂ ਨੇ, ਇਹਨੂੰ ਲੰਗਾਹ ਦਾ ਵਿਰੋਧ ਨਾ ਸਮਝਿਆ ਜਾਵੇ। ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਤੋਂ ਬਚਾਉਣ ਦੀ ਗੱਲ ਕਰਦਾ। ਮੈਨੂੰ ਲੱਗਦਾ ਵੀ ਇਹ ਜਿਹੜੀ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਗੱਲ ਸ਼ੁਰੂ ਕੀਤੀ ਨਾ, ਇਹਦੇ ਤੋਂ ਕਈ ਤਰ੍ਹਾਂ ਦੇ ਮੈਨੂੰ ਲੱਗਦਾ ਵੀ ਜਿਹੜੇ ਸਵਾਲ ਪਹਿਲਾਂ ਉਪਜਦੇ ਸੀਗੇ ਉਹਨਾਂ ਤੋਂ ਗਾਂਹ ਫਿਰ ਕਈ ਤਰ੍ਹਾਂ ਦੇ ਸਵਾਲ ਉਪਜਣ ਲੱਗ ਪਏ। ਉਹ ਹੌਲੀ ਹੌਲੀ ਆਪਾਂ ਉਹਨਾਂ ਦੀ ਗੱਲ ਵੀ ਕਰ ਲੈਂਦੇ। ਇੱਕ ਤੇ ਇੱਥੇ ਆਪਾਂ ਇੱਕ ਹੋਰ ਵੱਡੇ ਲੀਡਰ ਨੇ ਉਹਨਾਂ ਦੇ ਬਿਆਨ ਨੂੰ ਕੋਟ ਕਰ ਲਈਏ, ਉਹ ਨੇ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਪਹਿਲਾਂ ਅਕਾਲੀ ਦਲ ਦਾ ਹਿੱਸਾ ਸੀਗੇ, ਅੱਜ ਕੱਲ੍ਹ ਉਹ ਵੱਖਰੇ ਨੇ, ਵੱਖਰਾ ਅਕਾਲੀ ਦਲ ਹੈ ਉਹਨਾਂ ਦਾ। ਉਹਨਾਂ ਨੇ ਇਸ ਚੀਜ਼ ਦੇ ਉੱਪਰ ਜਿਹੜੀ ਟੀਕਾ ਟਿੱਪਣੀ ਕੀਤੀ, ਉਹ ਕਹਿੰਦੇ ਦੇਖੋ ਇਹ ਤੇ ਕਲੀਅਰ ਕੱਟ ਹੈ ਕਿ ਉਹਨਾਂ ਨੇ ਜਿੱਦਾਂ ਦਾ ਸ਼ਬਦ ਉਹਨਾਂ ਨੇ ਵਰਤਿਆ, ਉਹ ਕਹਿੰਦੇ ਜਥੇਦਾਰ ਸਾਹਿਬ ਨੇ ਆਪਣੀ ਨੌਕਰੀ ਪੱਕੀ ਕਰਨ ਦੇ ਲਈ ਇਹ ਫੈਸਲਾ ਲਿਆ। ਫਿਰ ਉਹ ਜ਼ਿਕਰ ਕਰਦੇ ਨੇ ਕਿ ਵੀ ਕਿਉਂਕਿ ਉਹ ਅਜੇ ਵੀ ਕਾਰਜਕਾਰੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹ ਕਹਿੰਦੇ ਵੀ ਆਪਣੀ ਨੌਕਰੀ ਪੱਕੀ ਕਰਨ ਦੇ ਲਈ ਫਿਰ ਉਹ ਸ਼ਬਦ ਵਰਤਦੇ ਨੇ ਵੀ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਰਾਂ ਵੱਲੋਂ ਕਰਵਾਇਆ ਗਿਆ ਫੈਸਲਾ ਸੀਗਾ ਜਿਹੜਾ ਕਿ ਨਹੀਂ ਸੀ ਕਰਵਾਇਆ ਜਾਣਾ ਚਾਹੀਦਾ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਹੋਊਗਾ ਵੀ ਹਾਂਜੀ ਆਹ ਕੰਮ ਇੱਦਾਂ ਕਰ ਦਿਓ, ਤੇ ਇਸ ਕਰਕੇ ਆਪਣੀ ਨੌਕਰੀ ਪੱਕੀ ਕਰਨ ਲਈ ਜਥੇਦਾਰ ਸਾਹਿਬ ਨੇ ਇਹ ਫੈਸਲਾ ਕਰ ਦਿੱਤਾ। ਇਹੋ ਜਿਹੀ ਗੱਲਬਾਤ ਹੀ ਬੀਜੇਪੀ 'ਚ ਹੁਣੇ ਗਏ ਨੇ ਡਾਕਟਰ ਰਾਜਕੁਮਾਰ ਹੋਰੀ ਵੇਰਕਾ ਸਾਹਿਬ, ਉਹਨਾਂ ਨੇ ਵੀ ਕੁਝ ਇਹੋ ਜਿਹੀ ਗੱਲ ਕੀਤੀ। ਉਹ ਕਹਿੰਦੇ ਵੀ ਅਸੀਂ ਤਾਂ ਇਸ ਤੋਂ ਪਹਿਲਾਂ ਵੀ ਕਹਿੰਦੇ ਆਏ ਹਾਂ ਜਾਂ ਵੇਖਦੇ ਆਏ ਹਾਂ ਕਿ ਪ੍ਰਭਾਵ ਪੈਂਦਾ ਰਿਹਾ, ਤੇ ਆਹ ਇੱਕ ਹੋਰ ਐਗਜ਼ਾਮਪਲ ਉਦਾਹਰਨ ਜਿਹੜੀ ਹੈ ਉਹ ਆ ਗਈ ਸਾਹਮਣੇ। ਜੋ ਵਿਰਸਾ ਸਿੰਘ ਵਲਟੋਆ ਸਾਹਿਬ ਕਹਿੰਦੇ ਵੀ ਅਸੀਂ ਕਦੀ ਵੀ ਜਾਂ ਅਕਾਲੀ ਦਲ ਕਦੀ ਵੀ ਇੰਟਰਫੇਰੈਂਸ ਨਹੀਂ ਕਰਦਾ ਇਹਨਾਂ ਫੈਸਲਿਆਂ ਦੇ ਵਿੱਚ, ਉਸੇ ਚੀਜ਼ ਦੀ ਬਿਲਕੁਲ ਉਲਟ ਬਿਆਨਬਾਜ਼ੀ ਇਸ ਵਕਤ ਵਿਰੋਧੀ ਤਰ੍ਹਾਂ ਬੀਜੇਪੀ ਵੱਲੋਂ ਜਾਂ ਢੀਂਡਸਾ ਸਾਹਿਬ ਵੱਲੋਂ ਉਹ ਹੋਣ ਲੱਗ ਪਈ। ਕੱਲ੍ਹ ਆਪਾਂ ਰੰਧਾਵਾ ਸਾਹਿਬ ਦਾ ਇੱਕ ਟਵੀਟ ਕੋਟ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਇੱਕ ਮਹਾਨ ਯੋਧੇ ਨੂੰ ਤੁਸੀਂ ਕਹਿੰਦੇ ਵਾਪਸ ਕਰਾ ਲਿਆ, ਇਹਦੇ ਲਈ ਬੜੀ ਵਧਾਈ, ਤੇ ਸਗੋਂ ਉਹਨਾਂ ਦੇ ਵੱਡੇ ਕਾਰਜਾਂ ਲਈ ਕੋਈ ਨਾ ਕੋਈ ਸਨਮਾਨ ਵੀ ਦਿਓ ਉਹਨਾਂ ਨੂੰ। ਇਹ ਮਸਲਾ ਮੈਨੂੰ ਲੱਗਦਾ ਜੇ ਵਿਰਸਾ ਸਿੰਘ ਵਲਟੋਆ ਸਾਹਿਬ ਨੇ ਉਸ ਫਿਕਰਮੰਦੀ ਦੇ ਵਿੱਚੋਂ ਸ਼ੁਰੂ ਕੀਤਾ ਤੇ ਗੱਲ ਤੇ ਹੈਗੀ ਹੈ, ਕਿਉਂਕਿ ਇਹ ਚਰਚਾ ਤੇ ਇਸ ਤਰ੍ਹਾਂ ਦੀ ਚੱਲਣ ਲੱਗ ਪਈ ਵੀ ਕਿਤੇ ਨਾ ਕਿਤੇ ਅਕਾਲੀ ਦਲ ਨੇ ਤਾਂ ਨਹੀਂ ਕਿਤੇ ਆਪਣੇ ਉਸ ਪੁਰਾਣੇ ਲੀਡਰ ਨੂੰ ਦੁਬਾਰਾ ਰਾਜਨੀਤੀ ਦੇ ਵਿੱਚ ਸਰਗਰਮ ਕਰਾਉਣ ਦੇ ਲਈ ਇਹ ਸਾਰਾ ਕੁਝ ਕਰਾਇਆ, ਪਰ ਜਿੱਦਾਂ ਹੁਣ ਇਹਨੂੰ ਡਿਫੈਂਡ ਕਰਨ ਦੇ ਲਈ ਵਿਰਸਾ ਸਿੰਘ ਵਲਟੋਆ ਸਾਹਿਬ ਨੇ ਖੁਦ ਅਕਾਲੀ ਦਲ ਦੇ ਵਿੱਚੋਂ ਇਹ ਆਵਾਜ਼ ਉਠਾਈ ਹੈ, ਉਹਦਾ ਕਰਕੇ ਮਸਲਾ ਥੋੜ੍ਹਾ ਜਿਹਾ ਭੰਬਲ ਭੂਸੇ 'ਚ ਤੇ ਪੈ ਗਿਆ ਵੀ ਹੁਣ ਕਿਹਦੀ ਗੱਲ ਨੂੰ ਆਪਾਂ ਸਹੀ ਮੰਨੀਏ, ਵਲਟੋਆ ਸਾਹਿਬ ਦੀ ਗੱਲ ਨੂੰ ਸਹੀ ਮੰਨੀਏ, ਜਥੇਦਾਰ ਸਾਹਿਬ ਦੀ ਗੱਲ ਨੂੰ ਸਹੀ ਮੰਨੀਏ, ਜਾਂ ਫਿਰ ਜੋ ਵਿਰੋਧੀ ਇਸ ਵਕਤ ਇਲਜ਼ਾਮ ਲਾ ਰਹੇ ਨੇ ਉਹਨਾਂ ਦੀ ਗੱਲ ਨੂੰ ਸਹੀ ਮੰਨੀਏ। ਇਹ ਬੜਾ ਜ਼ਰੂਰੀ ਹੈ ਸੰਧਾਲੀਆ ਸਾਹਿਬ, ਇਹਦੇ ਤੋਂ ਅੱਗੇ ਪਿੱਛੇ ਹੋ ਕੇ ਨਹੀਂ ਕੰਮ ਚੱਲਣਾ, ਕਿਉਂਕਿ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਕਿੱਡੀ ਵੱਡੀ ਨੁਕਸਾਨ ਵਾਲੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਹੋਵੇ ਤੇ ਉਹਦੇ ਤੇ ਇਤਰਾਜ਼ ਹੋਣ। ਯਾਨੀ ਅਹੁਦਾ ਦੇਖੋ ਨਾ, ਸਟੇਜ ਦੇਖੋ ਕੀ ਹੈ, ਮਿਆਰ ਦੇਖੋ ਕੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੁੰਦਾ ਤੇ ਸਿਆਸੀ ਲੀਡਰ ਟਿੱਪਣੀਆਂ ਕਰਦੇ ਆ ਕਿ ਇਹ ਫੈਸਲਾ ਕਿਸੇ ਨੇ ਕਰਾਇਆ। ਨੌਬਤ ਹੀ ਕਿਉਂ ਆਈ ਬਈ? ਕੋਈ ਬੰਦਾ ਉਂਗਲੀ ਕਿੱਦਾਂ ਚੱਕ ਦੇਵੇ? ਕੀ ਉਹਦੇ ਲਈ ਹੌਲੀ ਹੌਲੀ ਆਧਾਰ ਤਿਆਰ ਹੁੰਦਾ ਰਿਹਾ? ਕੀ ਅਤੀਤ ਦੇ ਵਿੱਚ ਕੁਝ ਐਸੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ? ਕੀ ਅਤੀਤ ਦੇ ਵਿੱਚ ਕੁਝ ਫੈਸਲੇ ਜਿਹੜੇ ਆ ਉਹਨਾਂ ਦੇ ਉੱਤੇ ਸੰਗਤ ਦੀ ਬੇਵਿਸ਼ਵਾਸੀ ਸੀ? ਨਹੀਂ ਤਾਂ ਕੋਈ ਵੀ ਵਿਅਕਤੀ ਵਿਸ਼ੇਸ਼, ਕੋਈ ਵੀ ਲੀਡਰ ਵਿਸ਼ੇਸ਼ ਸੰਧਾਲੀਆ ਸਾਹਿਬ ਇਸ ਤਰੀਕੇ ਦੀ ਬਿਆਨਬਾਜ਼ੀ ਥੋੜੀ ਕਰ ਸਕਦਾ। ਹਿੰਮਤ ਵੀ ਕਿਸੇ ਦੀ ਕਿੱਦਾਂ ਹੋ ਜਾਵੇ ਜੇ ਸਾਰਾ ਕੁਝ ਪਾਰਦਰਸ਼ੀ ਤਰੀਕੇ ਦੇ ਨਾਲ ਹੋਇਆ। ਤੇ ਦੂਸਰਾ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਆ ਸਾਹਿਬ ਨੂੰ ਜੇ 24 ਘੰਟਿਆਂ ਦੇ ਅੰਦਰ ਅੰਦਰ ਇੱਕ ਲੰਬੀ ਚੌੜੀ ਪੋਸਟ ਪੰਜਾਬੀ ਭਾਸ਼ਾ ਦੇ ਵਿੱਚ ਲਿਖ ਕੇ ਸੋਸ਼ਲ ਮੀਡੀਆ ਤੇ ਪਾਉਣੀ ਪਵੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਕੋਈ ਲੈਣਾ ਦੇਣਾ, ਇਹ ਵੀ ਆਪਣੇ ਆਪ ਦੇ ਵਿੱਚ ਬੜੀ ਸੋਚ ਵਿਚਾਰ ਦੀ ਘੜੀ ਹੈ ਕਿ ਇੱਕ ਸਿਆਸੀ ਪਾਰਟੀ ਦੇ ਲੀਡਰ ਨੂੰ ਆਮ ਲੋਕਾਂ ਨੂੰ ਇਹ ਕਿਉਂ ਕਹਿਣਾ ਪੈ ਜਾਵੇ ਕਿ ਭਾਈ ਅਸੀਂ ਨਹੀਂ ਕਰਾਇਆ,
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਕੋਈ ਬੰਦਾ ਪ੍ਰਭਾਵ ਕਿੱਦਾਂ ਪਾ ਸਕਦਾ? ਆ ਜਿਹੜਾ ਕਾਰਜਕਾਰੀ ਜਥੇਦਾਰ ਸਾਹਿਬ ਵਾਲੀ ਗੱਲ, ਪੱਕੀ ਨੌਕਰੀ ਕਰਨ ਵਾਲੀ ਗੱਲ, ਇਹ ਬੜੀਆਂ ਚਿੰਤਾਵਾਂ ਨੇ। ਹੁਣ ਸਾਨੂੰ ਨਹੀਂ ਪਤਾ ਕਿ ਕਿਹੜੀ ਘਟਨਾ ਕਿੱਦਾਂ ਕੱਟੀ, ਅੰਦਰ ਖਾਤੇ ਕੀ ਹੋਇਆ ਕੀ ਨਹੀਂ ਹੋਇਆ, ਪਰ ਇੰਨੀ ਗੱਲ ਜ਼ਰੂਰ ਹੈ ਸੰਧਾਲੀਆ ਸਾਹਿਬ ਕਿ ਲੰਗਾਹ ਸਾਹਿਬ ਜਿਹੜੇ ਨੇ ਉਹਨਾਂ ਦਾ ਰਾਹ ਅਜੇ ਵੀ ਸੌਖਾ ਨਹੀਂ। ਜੇ ਕੋਈ ਬੰਦਾ ਆਖੇ ਨਹੀਂ ਜੀ ਹੁਣ ਤਾਂ 21 ਦਿਨ ਝੱਟ ਨਿਕਲ ਜਾਣੇ ਆ, ਉਹਦੇ ਤੋਂ ਬਾਅਦ ਪੰਥ ਦੇ ਵਿੱਚ ਵਾਪਸੀ ਹੋ ਜਾਣੀ ਹੈ, ਫਿਰ ਕੌਣ ਕਿੱਦਾਂ ਪੁੱਛਦਾ? ਅਕਾਲੀ ਦਲ ਦੇ ਲਈ ਵੀ ਔਖਾ ਕਿ ਬੜੀ ਛੇਤੀ ਜਿਹਨਾਂ ਨੂੰ ਕਿਤੇ ਸਰਗਰਮ ਕੀਤਾ ਜਾਵੇ, ਜਾਂ ਕਿਸੇ ਹੋਰ ਧਿਰ ਦੇ ਲਈ ਵੀ ਔਖਾ ਕਿ ਜੇ ਉਹ ਲੰਗਾਹ ਸਾਹਿਬ ਨੂੰ ਪੰਥ ਦੇ ਵਿੱਚ ਵਾਪਸੀ ਤੋਂ ਤੁਰੰਤ ਬਾਅਦ ਕਿਤੇ ਸਰਗਰਮ ਕਰਦੇ ਆ, ਕੰਮ ਪੁੱਠਾ ਪੈ ਸਕਦਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੰਕਟ ਥੋੜਾ ਜਿਹਾ ਹੈਗਾ ਜ਼ਰੂਰ ਹੈ। ਕੋਈ ਵੀ ਫੈਸਲਾ ਹੋਵੇ ਕਿੰਤੂ ਪਰੰਤੂ ਹੋਣ ਲੱਗ ਪੈਂਦਾ। ਆਹ ਦੇਖੋ, ਇੱਕ ਗੱਲ ਤਾਂ ਹੈਗੀ ਹੈ ਵਾਰ ਸਾਹਿਬ ਕਿ ਵੀ ਇਹ ਗੱਲ ਨਾ ਹੁੰਦੀ ਤੇ ਚੰਗਾ ਸੀ। ਹੁਣ ਤੁਸੀਂ ਦੇਖੋ ਵੀ ਇਹਦੇ 'ਚ ਸੁੱਚਾ ਸਿੰਘ ਲੰਗਾਹ ਸਾਹਿਬ ਦੀ ਮਾਫੀ ਜਾਂ ਉਹਨਾਂ ਨੂੰ ਸਜ਼ਾ, ਉਹ ਗੱਲ ਨਾਲੋਂ ਵੀ ਜ਼ਿਆਦਾ ਜਿਹੜਾ ਉੱਭਰ ਕੇ ਗੱਲ ਸਾਹਮਣੇ ਆ ਰਹੀ ਉਹ ਇਹ ਕਿ ਵੀ ਇਹ ਫੈਸਲਾ ਕਰਵਾਉਣ ਦੇ ਲਈ ਪ੍ਰਭਾਵ ਪਾਇਆ ਜਾ ਸਕਦਾ। ਹੁਣ ਇੱਕ ਪਾਸੇ ਤੇ ਆਪਾਂ ਗੱਲ ਕਰਦੇ ਹਾਂ ਵੀ ਸਰਵਉੱਚ ਜਿਹੜਾ ਅਹੁਦਾ ਹੈ ਉਹ ਜਥੇਦਾਰ ਸਾਹਿਬ ਦੇ ਕੋਲ ਆ, ਤੇ ਹੁਣ ਇੱਕ ਸਰਵਉੱਚ ਅਹੁਦੇ ਦੇ ਉੱਪਰ ਬਿਰਾਜਮਾਨ ਸ਼ਖਸੀਅਤ ਨੂੰ ਵੀ ਕੋਈ ਜੇ ਕਹੇ ਕਿ ਤੁਸੀਂ ਇੱਦਾਂ ਨਹੀਂ ਇੱਦਾਂ ਕਰ ਦਿਓ। ਹੁਣ ਜੇ ਵਿਰੋਧੀਆਂ ਦੀ ਮੰਨੀਏ ਤੇ ਉਹ ਅਕਾਲੀ ਦਲ ਦਾ ਨਾਂ ਲਾਉਂਦੇ ਨੇ, ਅਕਾਲੀ ਦਲ ਦੀ ਮੰਨੀਏ ਤੇ ਉਹ ਕਿਸੇ ਹੋਰ ਦਾ ਨਾਂ ਲਾਉਂਦੇ ਨੇ। ਇਹ ਮੈਨੂੰ ਲੱਗਦਾ ਵੀ ਸਿੱਖ ਮਨਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਸਵਾਲ ਪੈਦਾ ਕਰਦੀ ਗੱਲ ਕਿ ਵੀ ਕੀ ਅਜੇ ਵੀ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਸਰਵਉੱਚ ਅਹੁਦਿਆਂ ਦੇ ਉੱਪਰ ਬੈਠੇ ਹੋਏ ਜਿਹੜੇ ਵਿਦਵਾਨ ਲੋਕ ਨੇ ਜਾਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਕਿਸੇ ਦਾ ਪ੍ਰਭਾਵ ਕਬੂਲ ਕਰ ਲੈਂਦੀਆਂ ਨੇ। ਅਤੇ ਜੇ ਪ੍ਰਭਾਵ ਵਾਕਈ ਕਬੂਲ ਕੀਤਾ ਜਾਂਦਾ ਤਾਂ ਫਿਰ ਉਹਦੇ ਪਿੱਛੇ ਮੋਟਿਵ ਕੀ ਹੋ ਸਕਦਾ? ਫਿਊਚਰ ਭਵਿੱਖ ਦੇ ਵਿੱਚ ਐਸੀ ਕਿਹੜੀ ਰਣਨੀਤੀ ਰਾਜਨੀਤੀ ਹੈ ਜਿਹਦਾ ਕਰਕੇ ਇਹੋ ਜਿਹੀਆਂ ਚੀਜ਼ਾਂ ਦੇ ਲਈ ਪ੍ਰਭਾਵ ਪਾਇਆ ਜਾ ਸਕਦਾ? ਸੋ ਮੈਨੂੰ ਲੱਗਦਾ ਵੀ ਇਹਦੇ ਲਈ ਜੇ ਸਭ ਤੋਂ ਵਧੀਆ ਹੋਵੇ ਤਾਂ ਜਥੇਦਾਰ ਸਾਹਿਬ ਜ਼ਰੂਰ ਆ ਕੇ ਸਾਰੇ ਕੁਛ ਨੂੰ ਕਲੀਅਰ ਕਰ ਦੇਣ ਵੀ ਆਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਲਈ ਆਹ ਹੁਕਮ ਹੈ ਅਤੇ ਆਹ ਗੱਲ ਇੱਦਾਂ ਨਹੀਂ ਇੱਦਾਂ ਹੈ। ਮੈਨੂੰ ਲੱਗਦਾ ਵੀ ਉਹਦੇ ਨਾਲ ਜ਼ਿਆਦਾ ਗੱਲ ਦਾ ਨਿਬੇੜਾ ਹੋ ਸਕਦਾ, ਬਜਾਏ ਦੇ ਕਿ ਇਹ ਪੋਲੀਟੀਕਲ ਬੰਦੇ ਆਪਸ ਦੇ ਵਿੱਚ ਇੱਧਰ ਉੱਧਰ ਬਿਆਨ ਦੇ ਕੇ ਬਹਿਸਦੇ ਰਹਿਣ। ਨਹੀਂ, ਇਹ ਗੱਲ ਤੁਹਾਡੀ ਬਹੁਤ ਠੀਕ ਹੈ ਜੀ, ਯੋਗ ਗੱਲ ਹੈ। ਕਿਉਂਕਿ ਰੌਲਾ ਸਾਨੂੰ ਇਸ ਗੱਲ ਦਾ ਨਹੀਂ ਸੰਧਾਲੀਆ ਸਾਹਿਬ, ਮੈਂ ਕਲੀਅਰ ਕਰਦੇ ਹਾਂ ਕਿ ਸੁੱਚਾ ਸਿੰਘ ਲੰਗਾਹ ਦਾ ਕੀ ਬਣਦਾ, ਜੋ ਮਰਜ਼ੀ ਬਣੇ, ਸਾਨੂੰ ਕੀ ਵਿਅਕਤੀ ਵਿਸ਼ੇਸ਼ ਨੇ। ਸਾਨੂੰ ਇਸ ਗੱਲ ਦਾ ਵੀ ਰੌਲਾ ਕੋਈ ਨਹੀਂ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਕੀ ਟਿੱਪਣੀ ਕਰਦਾ। ਇਸ ਗੱਲ ਦੀ ਵੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਵਿਰਸਾ ਸਿੰਘ ਬਲਟੋਆ ਹੋਰਾਂ ਨੇ ਕੀ ਲਿਖਿਆ, ਜੋ ਮਰਜ਼ੀ ਲਿਖਣ, ਵਿਅਕਤੀ ਵਿਸ਼ੇਸ਼ ਨੇ। ਇਸ ਗੱਲ ਦਾ ਜ਼ਰੂਰ ਰੌਲਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਨੇ ਉਹਨਾਂ 'ਚ ਪਾਰਦਰਸ਼ਤਾ ਬਣੀ ਰਹਿਣੀ ਚਾਹੀਦੀ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੋਣੇ ਚਾਹੀਦੇ। ਉਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਕੋਈ ਪਾਰਟੀ, ਕੋਈ ਬੰਦਾ, ਕੋਈ ਵਿਅਕਤੀ ਵਿਸ਼ੇਸ਼ ਉਹ ਕਿੱਧਰ ਨੂੰ ਜਾਂਦਾ, ਜਾਣ ਠੇਕੂ 'ਚ ਸਾਨੂੰ ਕੀ। ਪਰ ਜਿਹੜਾ ਰੁਤਬਾ ਸ਼੍ਰੀ ਅਕਾਲ ਤਖਤ ਸਾਹਿਬ ਦਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ, ਉਸ ਪਾਸਿਓਂ ਸਿਚੁਏਸ਼ਨ ਕਲੀਅਰ ਹੋ ਜਾਵੇ। ਲੋਕ ਮਨਾਂ ਦੇ ਵਿੱਚ ਬਿਲਕੁਲ ਗਲਤ ਪ੍ਰਭਾਵ ਨਹੀਂ ਜਾਣਾ ਚਾਹੀਦਾ। ਜੇ ਕਿਤੇ ਕੁਝ ਸੱਜੇ ਖੱਬੇ ਹੋਇਆ ਉਹਨੂੰ ਕਲੀਅਰ ਕਰਨਾ ਚਾਹੀਦਾ, ਤਾਂ ਜੋ ਆਮ ਸੰਗਤ ਜਿਹੜੀ ਹੈ। ਸੰਧਾਲੀਆ ਸਾਹਿਬ, ਮੈਂ ਇੱਕ ਮੋਟੀ ਜਿਹੀ ਗੱਲ ਦੱਸਦਾ ਕਿ ਕਿਸੇ ਸੰਸਥਾ ਦਾ ਕੋਈ ਕਰਮਚਾਰੀ, ਮੰਨ ਲਓ ਕੋਈ ਕਾਲਜ ਹੈ, ਯੂਨੀਵਰਸਿਟੀ ਹੈ, ਸਕੂਲ ਹੈ, ਉਹ ਸਕੂਲ ਦਾ ਕੋਈ ਅਧਿਆਪਕ ਗਲਤੀ ਕਰ ਜਾਏ, ਉਹ ਛੋਟੀ ਸਮੱਸਿਆ। ਕਿਸੇ ਫੈਕਟਰੀ ਦੇ ਵਿੱਚ ਕੋਈ ਕਰਮਚਾਰੀ ਗਲਤੀ ਕਰ ਜਾਏ, ਛੋਟੀ ਸਮੱਸਿਆ। ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਸੰਸਥਾ ਦੇ ਪ੍ਰਤੀ ਪ੍ਰਭਾਵ ਗਲਤ ਹੋ ਜਾਵੇ, ਕਿਉਂਕਿ ਸੰਸਥਾ ਦੇ ਕਰਮਚਾਰੀ ਦੇ ਪ੍ਰਤੀ ਪ੍ਰਭਾਵ ਗਲਤ ਹੋਣਾ ਇੱਕ ਵੱਖਰੀ ਗੱਲ ਹੈ। ਸੰਸਥਾ ਦਾ ਮਿਆਰ ਨਹੀਂ ਡਿੱਗਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਂ ਹਸਤੀ ਐਡੀ ਵੱਡੀ ਉੱਚੀ ਹੈ, ਉਹਦਾ ਮਿਆਰ ਬਚਾਉਣ ਦੇ ਲਈ ਚਾਹੇ ਉਹ ਵਿਰਸਾ ਸਿੰਘ ਬਲਟੋਆ ਸਾਹਿਬ ਨੇ, ਚਾਹੇ ਉਹ ਕਿਸੇ ਹੋਰ ਸਿਆਸੀ ਜਾਂ ਗੈਰ ਸਿਆਸੀ ਧਿਰ ਦੇ ਲੋਕ ਨੇ, ਉਹ ਇਹ ਨਾ ਦੇਖਣ ਕਿ ਭਾਈ ਸਾਡੇ ਬਿਆਨ ਦੇ ਨਾਲ ਜਾਂ ਇਸ ਫੈਸਲੇ ਦੇ ਨਾਲ ਸਾਨੂੰ ਕੀ ਲਾਭ ਤੇ ਵਿਰੋਧੀ ਨੂੰ ਕੀ ਨੁਕਸਾਨ ਹੁੰਦਾ। ਚਾਰੇ ਪਾਸਿਓਂ ਐਫਰਟ ਉਸ ਸੰਸਥਾ ਦਾ ਮਿਆਰ ਜਿਹੜਾ ਉਹਨੂੰ ਬਰਕਰਾਰ ਰੱਖਣ ਦੇ ਲਈ ਉਹ ਕੀ ਯੋਗਦਾਨ ਪਾ ਸਕਦੇ ਆ, ਇਧਰਲੇ ਪਾਸੇ ਹੋਣਾ ਚਾਹੀਦਾ। ਅਸੀਂ ਜੇ ਸੰਸਥਾਵਾਂ ਦਾ ਯਕੀਨ ਤੇ ਵਿਸ਼ਵਾਸ ਗਵਾ ਲਿਆ, ਪੱਲੇ ਕੱਖ ਨਹੀਂ ਰਹਿਣਾ। ਨਹੀਂ, ਇੱਥੇ ਇਹ ਗੱਲ ਨਾ ਇਸ ਕਰਕੇ ਵੀ ਜ਼ਿਆਦਾ ਇੰਪੋਰਟੈਂਟ ਆਪਾਂ ਬੇਨਤੀ ਕਰ ਦਈਏ ਕਿਉਂਕਿ 5 ਤਖਤ ਸਾਹਿਬਾਨਾਂ ਦੇ ਵਿੱਚੋਂ 2 ਤਖਤ ਸਾਹਿਬਾਨਾਂ ਦੀ ਜ਼ਿੰਮੇਵਾਰੀ ਇਸ ਵਕਤ ਜਿਸ ਸ਼ਖਸੀਅਤ ਦੇ ਕੋਲ ਹੈ ਉਹਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ, ਐਂਡ ਉਹਨਾਂ ਦੇ ਬਾਰੇ 'ਚ ਜੇ ਪੋਲੀਟੀਕਲ ਬੰਦੇ ਇਸ ਤਰ੍ਹਾਂ ਦੇ ਬਿਆਨ ਦੇਣ ਵੀ ਹਾਂਜੀ ਉਹਨਾਂ ਨੇ ਇਹਨਾਂ ਦੇ ਕਹਿਣ 'ਤੇ ਕਰਤਾ, ਦੂਜੇ ਕਹਿਣ ਇਹਨਾਂ ਦੇ ਕਹਿਣ 'ਤੇ ਕਰਤਾ, ਕੋਈ ਕਹੇ ਪਤਾ ਨਹੀਂ ਕਿਹਦੇ ਕਹਿਣ 'ਤੇ ਕਰਤਾ, ਉਹ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਫਿਕਰ ਵਾਲੀ ਗੱਲ ਆ। ਸੋ ਜ਼ਰੂਰ ਆਉਣ ਵਾਲੇ ਦਿਨਾਂ 'ਚ ਅਸੀਂ ਆਸ ਕਰਦੇ ਹਾਂ ਵੀ ਇਸ ਗੱਲ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਿਲੇਟਡ ਇੱਕ ਹੋਰ ਖਬਰ ਬੜੀ ਚਰਚਾ 'ਚ ਆਈ ਜਦੋਂ ਇਕਬਾਲ ਸਿੰਘ ਲਾਲਪੁਰਾ ਸਾਹਿਬ ਘੱਟ ਗਿਣਤੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਉਹਨਾਂ ਦੇ ਕੋਲ ਚੇਅਰਪਰਸਨ ਦਾ ਅਹੁਦਾ ਹੈ,
ਉਹਨਾਂ ਦੀ ਫਿਕਰ ਵੀ ਕਰਦੇ ਨੇ। ਉਹਨਾਂ ਦਾ ਦੇਸ਼ ਭਰ ਦੇ ਵਿੱਚ ਜਿੱਥੇ ਕਿਤੇ ਕੋਈ ਮਸਲਾ ਹੋਵੇ ਉਹ ਹੱਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਉਹਨਾਂ ਨੇ ਜਿਹੜਾ ਇੱਕ ਬਿਆਨ ਹੁਣ ਦਿੱਤਾ ਤੇ ਉਸ ਬਿਆਨ ਦੇ ਉੱਪਰ ਜਿਹੜੀ ਚਰਚਾ ਚੱਲ ਪਈ ਉਹਦੀ ਆਪਾਂ ਗੱਲ ਕਰ ਲਈਏ, ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਉਹ ਆਏ ਸੀ ਤੇ ਉਸ ਪ੍ਰੋਗਰਾਮ 'ਚ ਜ਼ਿਕਰ ਉਹਨਾਂ ਨੇ ਕੀਤਾ। ਉਹ ਕਹਿੰਦੇ ਵੀ ਪੰਜਾਬ ਜਿਹੜਾ ਹੈ ਉਹਦੇ ਵਿੱਚ ਸਿੱਖ ਉਹ ਹੁਣ ਹੋਰ ਜ਼ਿਆਦਾ ਉਹਨਾਂ ਦੀ ਆਬਾਦੀ ਘਟ ਗਈ ਤੇ ਜੇ ਮਾਈਨੋਰਿਟੀਜ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਪਹਿਲਾਂ ਸਿੱਖ ਦੂਸਰੇ ਨੰਬਰ 'ਤੇ ਆਉਂਦੇ ਸੀ ਤੇ ਹੁਣ ਜਿਹੜੇ ਸਿੱਖ ਨੇ ਉਹ ਤੀਸਰੇ ਨੰਬਰ 'ਤੇ ਚਲੇ ਗਏ। ਤੇ ਇਹਦੇ ਲਈ ਉਹ ਜ਼ਿੰਮੇਵਾਰ ਦੱਸਦੇ ਨੇ ਕਿ ਵੀ ਜਿਹੜੇ ਇਸ ਵਕਤ ਧਰਮ ਪਰਿਵਰਤਨ ਵਾਲਾ ਕੰਮ ਚੱਲ ਰਿਹਾ ਹੈ ਕਿ ਵੀ ਬਹੁਤ ਸਾਰਾ ਧਰਮ ਪਰਿਵਰਤਨ ਵਾਲਾ ਕੰਮ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ। ਉਸ ਧਰਮ ਪਰਿਵਰਤਨ ਦੇ ਚੱਕਰ ਦੇ ਵਿੱਚ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਘਟਣ ਲੱਗ ਪਈ। ਫਿਰ ਉਹ ਇਹ ਵੀ ਗੱਲ ਕਰਦੇ ਆ ਕਿ ਵੀ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਮਾਹੌਲ ਹੈ ਬਹੁਤਾ ਵਧੀਆ ਨਹੀਂ ਰਿਹਾ, ਲੋਕ ਇੱਥੋਂ ਪਲਾਇਨ ਵੀ ਕਰ ਗਏ। ਸੋ ਜਿਹੜੇ ਚਲੇ ਗਏ ਉਹ ਤਾਂ ਚਲੇ ਹੀ ਗਏ, ਜਿਹੜੇ ਰਹਿ ਗਏ ਉਹ ਧਰਮ ਪਰਿਵਰਤਨ ਕਰਨ ਲੱਗ ਪਏ। ਤੇ ਇਹਦੇ ਲਈ ਜ਼ਿੰਮੇਵਾਰ ਕਿਤੇ ਨਾ ਕਿਤੇ ਉਹ ਧਰਮ ਪ੍ਰਚਾਰ ਦੀ ਵੀ ਗੱਲ ਕਰਦੇ ਨੇ ਕਿ ਜਿਨ੍ਹਾਂ ਸੰਸਥਾਵਾਂ ਦਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜ਼ਿੰਮਾ ਬਣਦਾ ਸੀ ਉਹਨਾਂ ਨੇ ਕੀਤਾ ਨਹੀਂ। ਫਿਰ ਇੱਕ ਪਤਾ ਨਹੀਂ ਉਹ ਮੀਟਿੰਗ ਦਾ ਜ਼ਿਕਰ ਕਰਦੇ ਨੇ ਉਸ ਬਿਆਨ ਦੇ ਵਿੱਚ, ਜਿਹਦੇ 'ਚੋਂ ਕਹਿੰਦੇ ਆ ਕਿ ਵੀ ਇੱਕ ਮੀਟਿੰਗ ਸੀ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਆਏ। ਕਹਿੰਦੇ ਮੈਂ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵੀ ਸੱਦ ਲਿਆ, ਆਮੋ ਸਾਹਮਣੇ ਬਹਿ ਕੇ ਗੱਲ ਹੋਈ ਤੇ ਉੱਥੇ ਜੋ ਈਸਾਈ ਭਾਈਚਾਰੇ ਵਾਲਿਆਂ ਨੇ ਸਵਾਲ ਪੁੱਛੇ ਉਹਨਾਂ ਸਵਾਲਾਂ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਹੀਂ ਦੇ ਸਕੇ। ਹੁਣ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ ਜਦੋਂ ਇਹ ਗੱਲ ਕਹੀ ਤੇ ਡੈਫੀਨੇਟਲੀ SGPC ਵਾਲੇ ਪਾਸਿਓਂ ਵੀ ਜਵਾਬ ਆਉਣਾ ਸੀ। ਗੁਰਚਰਨ ਸਿੰਘ ਗਰੇਵਾਲ ਸਾਹਿਬ ਸਕੱਤਰ ਦਾ ਉਹਦਾ ਉਹਨਾਂ ਕੋਲੇ, ਉਹਨਾਂ ਨੇ ਨਾਲ ਦੀ ਨਾਲ ਹੀ ਉਹ ਕਿਹਾ, ਉਹ ਕਹਿੰਦੇ ਦੇਖੋ ਜੀ ਮੈਨੂੰ ਯਾਦ ਹੈ ਮੈਂ ਉਸ ਮੀਟਿੰਗ 'ਚ ਸੀਗਾ ਤੇ ਮੈਂ ਬੇਨਤੀ ਕਰਦਾ ਲਾਲਪੁਰਾ ਸਾਹਿਬ ਨੂੰ ਕਿ ਉਹ ਮਿੰਟਸ ਆਫ ਮੀਟਿੰਗ ਜਿਹੜੇ ਹੁੰਦੇ ਆ ਵੀ ਉਸ ਮੀਟਿੰਗ 'ਚ ਕੀ ਕੀ ਹੋਇਆ ਉਹ ਜਨਤਕ ਜ਼ਰੂਰ ਕਰਨ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਅਸਲ ਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ। ਹੁਣ ਇਹ ਜਿਹੜੀ ਵੱਖਰੀ ਤਰ੍ਹਾਂ ਦੀ ਡਿਬੇਟ ਚੱਲ ਪਈ ਕਿਉਂਕਿ ਇਕਬਾਲ ਸਿੰਘ ਲਾਲਪੁਰਾ ਸਾਹਿਬ ਪਿਛਲੇ ਕੁਝ ਸਮੇਂ ਤੋਂ ਕਾਫੀ ਖਬਰਾਂ 'ਚ ਸੀਗੇ ਜਦੋਂ ਤੋਂ SGPC ਦੇ ਉਸ ਸਮਾਗਮ ਦੇ ਵਿੱਚ ਪ੍ਰਧਾਨਗੀ ਦੀ ਚੋਣ ਦਾ ਰੌਲਾ ਪੈਂਦਾ ਸੀਗਾ। ਹੁਣ ਉਹ ਚੋਣ ਤਾਂ ਨਿਕਲ ਗਈ ਪਰ ਉਸ ਤੋਂ ਬਾਅਦ ਦੁਬਾਰਾ ਜਦੋਂ ਪੰਜਾਬ ਆਉਂਦੇ ਨੇ ਤੇ ਫਿਰ ਇਸ ਤਰ੍ਹਾਂ ਦਾ ਉਹ ਬਿਆਨ ਦਿੰਦੇ ਨੇ ਜਿਹੜਾ ਕਿ ਘੁੰਮ ਫਿਰ ਕੇ SGPC ਨਾਲ ਸੰਬੰਧਿਤ ਹੈ ਤੇ SGPC ਫਿਰ ਉਹਨੂੰ ਡਿਫੈਂਡ ਕਰਦੀ ਆ। ਇਹਦੇ ਤੇ ਵੀ ਲੋਕਾਂ ਦਾ ਧਿਆਨ ਹੈ ਕਿ ਵੀ ਇਹ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ। ਸੰਧਾਲੀਆ ਸਾਹਿਬ, ਪੀਤਲੀ ਪੱਧਰ ਦੇ ਉੱਤੇ ਵਿਚਾਰਿਆ ਜਾ ਰਿਹਾ ਇਹ ਸਾਰਾ ਮੁੱਦਾ ਕਿ ਇੱਕ ਬੰਦੇ ਨੇ ਆਹ ਕਹਿਤਾ, ਦੂਸਰੇ ਬੰਦੇ ਨੇ ਮੁੜ ਰਿਐਕਟ ਕਰ ਦਿੱਤਾ। ਬਹੁਤ ਜ਼ਿਆਦਾ ਪੀਤਲੀ ਪੱਧਰ ਦੇ ਉੱਤੇ, ਚਾਹੇ ਉਹ ਖਬਰਾਂ ਦੇ ਪੱਖ ਤੋਂ ਕਹਿ ਲਈਏ ਚਾਹੇ ਉਹ ਬਿਆਨਾਂ ਦੇ ਪੱਖ ਤੋਂ ਕਹਿ ਲਈਏ, ਤਿੰਨ ਪੱਖਾਂ ਤੋਂ ਸੋਚਣਾ ਪਊਗਾ। ਪਹਿਲੀ ਗੱਲ ਕਿ ਘੱਟ ਗਿਣਤੀ ਦੇ ਵਿੱਚ ਰਹਿ ਗਿਆ ਜੀ, ਗਿਣਤੀ ਘਟ ਗਈ ਜੀ। ਹੁਣ ਇਸ ਖਬਰ ਦੇ ਵਿੱਚ ਕਿਤੇ ਉਹ ਗੱਲ ਨੱਪੀ ਨਾ ਜਾਵੇ। ਇੱਕ ਖਿੱਤਾ ਹੈ ਜਿਹਦੇ ਵਿੱਚ ਇੱਕ ਭਾਈਚਾਰੇ ਦਾ ਇੱਕ ਆਬਾਦੀ ਦਾ ਅਨੁਪਾਤ ਹੈ, ਉਹ ਅਨੁਪਾਤ ਥੱਲੇ ਨੂੰ ਆ ਰਿਹਾ। ਉਹਦੇ ਪਿੱਛੇ ਕਾਰਨ ਕੀ ਨੇ? ਪ੍ਰਵਾਸ ਕਾਰਨ ਹੈ। ਪ੍ਰਵਾਸ ਪੰਜਾਬ ਤੋਂ ਬਾਹਰਲੇ ਪਾਸੇ ਨੂੰ ਹੋ ਰਿਹਾ ਉਹ ਕਾਰਨ ਹੈ, ਜਾਂ ਪੰਜਾਬ ਦੇ ਅੰਦਰਲੇ ਪਾਸੇ ਨੂੰ ਪ੍ਰਵਾਸ ਹੋ ਰਿਹਾ ਉਹ ਕਾਰਨ ਹੈ। ਤੇ ਪ੍ਰਵਾਸ ਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਲਿਆ ਜਾਵੇ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਹੈ। ਦੂਸਰੀ ਗੱਲ, ਇਹ ਸਾਰਾ ਰੌਲਾ ਰੱਪਾ ਕਿਉਂਕਿ ਜਿਸ ਵਿਅਕਤੀ ਵਿਸ਼ੇਸ਼ ਇਕਬਾਲ ਸਿੰਘ ਲਾਲਪੁਰਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਉਹ ਭਾਰਤ ਦੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਨੇ। ਯਾਨੀ ਭਾਰਤ ਦੇ ਵਿੱਚ ਜਿੰਨੀਆਂ ਘੱਟ ਗਿਣਤੀਆਂ ਨੇ ਜੇ ਉਹਨਾਂ ਨੂੰ ਕੋਈ ਸਮੱਸਿਆ ਦੇਸ਼ ਦੇ ਵਿੱਚ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਕੁੰਡਾ ਉਹਨਾਂ ਦੇ ਦਫ਼ਤਰ ਦਾ ਖੜਕਾਇਆ ਜਾਣਾ। ਇਹ ਪਿਛਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਲੈ ਕੇ ਹੁਣ ਤੱਕ ਜਿੰਨੀ ਬਿਆਨਬਾਜ਼ੀ ਹੋਈ ਹੈ, ਕਿਉਂਕਿ ਆਪਾਂ ਸੰਸਥਾ ਦੀ ਗੱਲ ਕਰਦੇ ਸੀ ਨਾ ਕਿ ਸੰਸਥਾਵਾਂ ਦਾ ਮਿਆਰ ਜਿਹੜਾ ਉਹ ਬਰਕਰਾਰ ਰਹਿਣਾ ਚਾਹੀਦਾ। ਹੁਣ ਇੱਕ ਪਾਸੇ ਕੌਮੀ ਘੱਟ ਗਿਣਤੀ ਕਮਿਸ਼ਨ ਹੈ ਜਿਹਦੇ ਵੱਲ ਆਸ ਦੀ ਨਿਗਾਹ ਟਿਕੀ ਰਹਿੰਦੀ ਹੈ ਕਿ ਭਾਈ ਜੇ ਕੋਈ ਧੱਕਾ ਹੋਊਗਾ ਤੇ ਇਧਰਲੇ ਪਾਸਿਓਂ ਕੰਮ ਠੀਕ ਹੋਊ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦੇ ਉੱਤੇ ਉਹਨਾਂ ਨੇ ਦੋਸ਼ ਲਾਏ ਨੇ। ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ, ਧਰਮ ਦਾ ਪ੍ਰਚਾਰ ਪ੍ਰਸਾਰ ਹੈ, ਸਿਹਤ ਤੇ ਸਿੱਖਿਆ ਦੀਆਂ ਸੇਵਾਵਾਂ ਨੇ, ਹੋਰ ਵੀ ਚੀਜ਼ਾਂ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਣਾ ਹੈ। ਯਾਨੀ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਨਹੀਂ ਦੋ ਵੱਡੇ ਜਿਹੜੇ ਪਲੇਟਫਾਰਮ ਨੇ, ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਉਂਗਲੀ ਹੈ। ਹੁਣ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਜੇ ਅਗਲੇ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਜੇ ਸਿੱਖਾਂ ਦੀ ਗਿਣਤੀ ਘਟ ਰਹੀ ਹੈ, ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਹੈ ਕਿ ਜੇ 63 ਤੋਂ 57, 56, 55 ਜਾਂ 58% ਰਹਿ ਗਏ, ਉਹਦੇ ਤੋਂ ਵੀ ਵੱਡੀ ਚਿੰਤਾ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ 58, 57 ਜਾਂ 56% ਰਹਿ ਗਏ ਉਹ ਕੀ ਕਰਦੇ ਆ, ਉਹ ਕੀ ਪੜ੍ਹਦੇ ਆ, ਉਹ ਕਿਹੜੀਆਂ ਨੌਕਰੀਆਂ ਤੇ ਲੱਗੇ ਆ, ਉਹਨਾਂ ਦਾ ਜੀਵਨ ਕਿਹੋ ਜਿਹਾ, ਉਹ ਬਿਮਾਰ ਨੇ, ਉਹ ਤੰਦਰੁਸਤ ਨੇ, ਉਹ ਘੱਟ ਪੜ੍ਹੇ ਲਿਖੇ ਨੇ ਜਾਂ ਵਧੀਆ ਪੜ੍ਹੇ ਲਿਖੇ ਨੇ,
ਉਹ ਚੰਗਾ ਕੰਮ ਕਰਦੇ ਆ, ਉਹ ਡਿਸੀਜਨ ਮੇਕਿੰਗ ਵਾਲੀ ਸਥਿਤੀ ਦੇ ਵਿੱਚ ਨੇ ਜਾਂ ਫਿਰ ਡਿਸੀਜਨ ਉਡੀਕਣ ਵਾਲੀ ਸਥਿਤੀ 'ਚ ਨੇ ਕਿ ਉਹਨਾਂ ਨੂੰ ਚੰਗੀ ਸਿਹਤ ਸਹੂਲਤ ਮਿਲ ਰਹੀ ਹੈ, ਕਿ ਉਹਨਾਂ ਨੂੰ ਸੋਚਣ ਤੇ ਸਮਝਣ ਦੇ ਲਾਇਕ ਬਣਾਇਆ ਜਾ ਰਿਹਾ, ਜਾਂ ਫਿਰ ਇੱਕ ਵੋਟਰਾਂ ਦੀ ਭੀੜ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ। ਬੜਾ ਜ਼ਰੂਰੀ ਹੈ। ਯਾਨੀ ਇੱਕ ਤਾਂ ਸਵਾਲ ਇਹ ਹੈ ਨਾ ਕਿ ਗਿਣਤੀ ਕਿਉਂ ਘਟ ਰਹੀ ਹੈ, ਤੇ ਦੂਸਰੇ ਪਾਸੇ ਸਵਾਲ ਇਹ ਹੈ ਕਿ ਜਿੰਨੇ ਕੁ ਬਾਕੀ ਨੇ ਉਹਨਾਂ ਦੇ ਹਾਲਾਤ ਕੀ ਨੇ। ਉਧਰਲੇ ਪਾਸੇ ਕੋਈ ਨਹੀਂ ਸੋਚਦਾ, ਉਧਰਲੇ ਪਾਸੇ ਸੋਚਣਾ ਪਊਗਾ। ਹੁਣ ਗਲਤੀ ਕਿਹਦੀ ਕਿੰਨੀ ਕੁ ਹੈ ਇਹ ਤਾਂ ਆਮ ਸੰਗਤ ਵੀ ਜਾਣਦੀ ਹੈ, ਆਮ ਲੋਕ ਵੀ ਜਾਣਦੇ ਨੇ। ਪਰ ਜਿਸ ਤਰੀਕੇ ਦੇਖੋ ਇੱਕ ਮੀਟਿੰਗ ਹੈ, ਬਾਰ-ਬਾਰ ਆਪਾਂ ਕਹਿੰਦੇ ਹੁੰਦੇ ਆ ਕਿ ਇੱਕ ਮੁੱਦੇ ਦੇ ਉੱਤੇ ਦੋ ਬੰਦਿਆਂ ਦੇ ਬਿਲਕੁਲ ਉਲਟ ਵਿਚਾਰ ਹੁੰਦੇ। ਇੱਕ ਕਹਿੰਦੇ ਹੁੰਦੇ ਅਸੀਂ ਵਿਕਾਸ ਬਹੁਤ ਕੀਤਾ, ਦੂਜੇ ਕਹਿੰਦੇ ਹੁੰਦੇ ਨਾ ਕੱਖ ਨਹੀਂ ਕੀਤਾ। ਯਾਰ ਵਿੱਚ ਵਿਚਾਲਾ ਹੈ ਨਹੀਂ। ਹੁਣ ਇੱਥੇ ਵੀ ਆ ਪਿਛਲੇ ਦਿਨੀ ਜਿਹੜਾ ਟਕਰਾਅ ਹੋਣ ਲੱਗਿਆ ਸੀ, ਅਸੀਂ ਤਾਂ ਸੁੱਖ ਮੰਗਦੇ ਹਾਂ, ਅਰਦਾਸ ਕਰਦੇ ਹਾਂ ਕਿ ਭਾਈਚਾਰਿਆਂ ਦਾ ਕਾਹਦਾ ਟਕਰਾਅ ਬਈ, ਪੰਜਾਬ ਸੂਬੇ 'ਚ ਕਾਹਦਾ ਟਕਰਾਅ। ਪਾਣੀ ਸਾਡੇ ਕੋਲ ਨਹੀਂ, ਜ਼ਹਿਰਾਂ ਸਾਡੇ ਘੁਲੀਆਂ ਪਈਆਂ, ਵਾਤਾਵਰਣ ਸਾਡਾ ਖਰਾਬ ਹੋ ਗਿਆ, ਐਜੂਕੇਸ਼ਨ ਸਿਸਟਮ ਸਾਡਾ ਚੱਜਦਾ ਨਹੀਂ, ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਨਿਆਣੇ ਨਹੀਂ ਲੱਭਦੇ। ਲੜਾਈ ਕਾਹਦੀ ਆ ਬਈ? ਲੜਾਈ ਤਾਂ ਉਸ ਗੱਲ ਦੀ ਹੁੰਦੀ ਜੇ ਸਾਡੇ ਕੋਲੇ ਕੁਝ ਹੋਵੇ। ਉਹ ਲੜਾਈ ਹੋਣੀ ਨਹੀਂ ਚਾਹੀਦੀ ਸੀ। ਭੇਦ ਦੋ ਭਾਈਚਾਰਿਆਂ 'ਚ ਪੰਜਾਬ 'ਚ ਹੋਣੇ ਨਹੀਂ ਸੀ ਚਾਹੀਦੇ। ਚਲੋ ਜੇ ਹੋਏ, ਜੇ ਮੀਟਿੰਗ ਲਾਲਪੁਰਾ ਸਾਹਿਬ ਨੇ ਕਰਾਈ, ਮੀਟਿੰਗ ਦੇ ਬਾਰੇ ਵੀ ਅੱਡੋ ਅੱਡ ਗੱਲਾਂ। ਲਾਲਪੁਰਾ ਸਾਹਿਬ ਕਹਿੰਦੇ ਜੀ ਜਵਾਬ ਨਹੀਂ ਦੇ ਸਕੇ ਐਸਜੀਪੀਸੀ ਵਾਲੇ, ਗਰੇਵਾਲ ਸਾਹਿਬ ਕਹਿੰਦੇ ਜੀ ਇਦਾਂ ਦੀ ਗੱਲ ਹੀ ਨਹੀਂ ਹੋਈ। ਕਮਾਲ ਹੋ ਗਈ ਹੈ। ਇੱਕ ਮੀਟਿੰਗ ਹੈ ਜਿਹਦੇ ਵਿੱਚ ਇੱਕ ਤੋਂ ਵੱਧ ਜਾਣੇ ਜੁੜ ਕੇ ਬੈਠੇ ਆ, ਉਹਦੇ ਬਾਬਤ ਦੋ ਤਰ੍ਹਾਂ ਬਿਲਕੁਲ ਜੇ ਉਲਟ ਬੋਲੀ ਜਾਂਦੀਆਂ। ਆਮ ਲੋਕ ਕੀ ਸਮਝਣ ਬਈ? ਆਮ ਲੋਕ ਕਿਹਦੇ ਤੇ ਯਕੀਨ ਕਰਨ? ਆਮ ਲੋਕ ਕਿਹਨੂੰ ਝੂਠਾ ਤੇ ਕਿਹਨੂੰ ਸੱਚਾ ਮੰਨਣ? ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਨੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇ, ਦੂਜੇ ਪਾਸੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਨੇ, ਸੰਵਿਧਾਨਕ ਅਹੁਦੇ ਤੇ ਨੇ। ਇੱਕ ਬੰਦਾ ਤਾਂ ਗਲਤ ਬੋਲ ਰਿਹਾ ਨਾ, ਇੱਕ ਬੰਦਾ, ਤੇ ਜਿਹਦਾ ਪਤਾ ਲੱਗ ਗਿਆ ਗਲਤ ਬੋਲ ਰਿਹਾ, ਆਮ ਲੋਕਾਂ ਦੇ ਮਨਾਂ ਦੇ ਉੱਤੇ ਕੀ ਪ੍ਰਭਾਵ ਜਾਊਗਾ ਤੁਸੀਂ ਹਿਸਾਬ ਲਾ ਲਓ। ਨਹੀਂ ਦੇਖੋ, ਇਹ ਉਹ ਮਸਲੇ ਨੇ ਜਿਹੜੇ ਮੈਨੂੰ ਲੱਗਦਾ ਹੁੰਦਾ ਵੀ ਲੜਾਈ ਵਾਲੇ ਪਾਸੇ ਜਾਣ ਨਾਲੋਂ ਨਾ ਫਿਕਰਮੰਦੀ ਵਾਲੇ ਜ਼ਿਆਦਾ ਨੇ ਕਿ ਵੀ ਅੱਛਾ ਜੀ ਆਹ ਇੱਕ ਚੀਜ਼ ਹੈ, ਇਹਦਾ ਕਰਕੇ ਇਸ ਚੀਜ਼ ਦਾ ਫਿਕਰ ਕਰਨਾ ਬਣਦਾ, ਤੇ ਬਜਾਏ ਦੇ ਵੀ ਉਹਦੇ ਤੇ ਫਿਕਰ ਜ਼ਾਹਰ ਕੀਤਾ ਜਾਵੇ, ਉਹਦੇ ਤੇ ਅਗਰੈਸਿਵ ਬਿਆਨ ਆਉਂਦੇ ਨੇ, ਇੱਕ ਦੂਸਰੇ ਦੇ ਉੱਪਰ ਇਲਜ਼ਾਮਬਾਜ਼ੀ ਹੁੰਦੀ ਆ, ਉਹ ਕਿਤੇ ਨਾ ਕਿਤੇ ਗੱਲ ਮਾੜੀ ਆ। ਹੁਣ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਦੇਖੋ ਵੀ ਕਦੀ ਸਿੱਖਾਂ ਦਾ ਜੀ ਇੱਕ ਉਹ ਸਿਰਸੇ ਵਾਲਿਆਂ ਨਾਲ ਟਕਰਾਅ ਹੋ ਗਿਆ ਜੀ, ਉਹ ਕਿੱਥੇ ਆ ਜੀ, ਮਾਲ ਵਿੱਚ ਪ੍ਰਭਾਵ ਆ ਜੀ। ਫਿਰ ਇਸ ਤੋਂ ਪਹਿਲਾਂ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰ ਲਈਏ ਜੀ, ਉਦੋਂ ਕੋਈ ਨਿਰੰਕਾਰੀਆਂ ਦਾ ਜੀ, ਕਦੀ ਨਾਮਧਾਰੀਆਂ ਦਾ ਜੀ, ਕਦੀ ਰਾਧਾ ਸੁਆਮੀਆਂ ਦਾ ਜੀ। ਹੁਣ ਅੱਜ ਕੱਲ੍ਹ ਕਿਉਂਕਿ ਮਾਝੇ ਤੇ ਦੁਆਬੇ ਦੇ ਵਿੱਚ ਈਸਾਈ ਭਾਈਚਾਰੇ ਦਾ ਵਾਹਵਾ ਰੋਲ ਹੈ, ਇਸ ਕਰਕੇ ਹੁਣ ਈਸਾਈਆਂ ਦੇ ਨਾਲ ਜੀ। ਹੁਣ ਇਹ ਜੋ ਕੁਛ ਵੀ ਹੈ ਤਾਣਾ ਬਾਣਾ ਜਿਹਾ, ਇਹ ਚੁਣ ਕੇ ਬਣਾਇਆ ਜਾਂਦਾ ਜਾਂ ਫਿਰ ਇਹ ਇੱਦਾਂ ਹੀ ਹੁੰਦਾ? ਮੈਨੂੰ ਲੱਗਦਾ ਵੀ ਇਹ ਵੀ ਕੁਝ ਇੱਕ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਰੇਕ ਬੰਦੇ ਨੂੰ ਆਪਣੇ ਤੌਰ 'ਤੇ ਲੱਭਣੇ ਚਾਹੀਦੇ, ਬਜਾਏ ਦੇ ਕਿ ਖਬਰਾਂ 'ਚੋਂ ਇੱਧਰੋਂ ਉੱਧਰੋਂ ਸੋਸ਼ਲ ਮੀਡੀਆ ਤੋਂ ਲੱਭੇ ਜਾਣ, ਜਾਂ ਕੋਈ ਬੰਦਾ ਸਮਝਾਵੇ ਵੀ ਆਹ ਗੱਲ ਇੱਦਾਂ ਨਹੀਂ ਇੱਦਾਂ ਹੈ। ਇਹਦੇ 'ਤੇ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਹਿ ਕੇ ਵਿਚਾਰ ਕਰਨ ਦੀ ਲੋੜ ਆ। ਅਤੇ ਜੇ ਮੰਨ ਲਓ ਇਹ ਇੱਦਾਂ ਹੀ ਆ ਵੀ ਕਿਸੇ ਦਾ ਕਿਸੇ ਨਾਲ ਟਕਰਾਅ ਹੈ, ਕਿਸੇ ਦਾ ਕਿਸੇ ਦੇ ਮਨ 'ਚ ਕੜੱਤਣ ਹੈ, ਅਤੇ ਸਗੋਂ ਜ਼ਿੰਮੇਵਾਰੀ ਤਾਂ ਸੰਸਥਾਵਾਂ ਦੀ ਇਹ ਹੋਣੀ ਚਾਹੀਦੀ ਵੀ ਉਹ ਕੜੱਤਣ ਦੂਰ ਹੋਵੇ, ਸਾਰੇ ਰਲ ਮਿਲ ਕੇ ਰਹਿਣ ਅਤੇ ਆਪਸ ਦੇ ਵਿੱਚ ਪਿਆਰ ਹੋਵੇ, ਭਾਈਚਾਰਾ ਹੋਵੇ। ਅਤੇ ਜੇ ਕੜੱਤਣ ਵੱਧਦੀ ਹੈ, ਕੜੱਤਣ ਆਪਸ ਦੇ ਵਿੱਚ ਇੱਕ ਦੂਸਰੇ ਭਾਈਚਾਰੇ ਦੇ ਵਿੱਚ ਫਿੱਕ ਪਾਉਂਦੀ ਹੈ, ਅਤੇ ਉਹਦਾ ਉਹਨਾਂ ਲੋਕਾਂ ਨੂੰ, ਉੱਥੇ ਵਸਣ ਵਾਲੇ ਆਮ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਫਾਇਦਾ ਹੁੰਦਾ, ਇਹ ਵੀ ਤਾਂ ਇੱਕ ਸਵਾਲ ਹੈਗਾ ਕਿ ਨਹੀਂ। ਅਤੇ ਹਾਂ, ਜੇ ਇਹ ਕੜੱਤਣ ਵੱਧਦੀ, ਆਪਸ ਦੇ ਵਿੱਚ ਫਿੱਕ ਵੱਧਦਾ, ਤਾਂ ਉਹਦਾ ਕਿਸੇ ਨੂੰ ਫਾਇਦਾ ਵੀ ਹੁੰਦਾ, ਇਹ ਵੀ ਇੱਕ ਸਵਾਲ ਹੈਗਾ। ਨਹੀਂ, ਫਾਇਦਾ ਤਾਂ ਦੇਖਣਾ ਹੀ ਪਊਗਾ ਨਾ ਕਿ ਆਖਿਰਕਾਰ ਦੋ ਧੜਿਆਂ ਦੀ ਲੜਾਈ ਦੇ ਵਿੱਚ ਖੰਡ ਦੀ ਬੋਰੀ ਚੱਕ ਕੇ ਕੌਣ ਭੱਜ ਜਾਂਦਾ, ਉਹ ਤਾਂ ਬਹੁਤ ਜ਼ਰੂਰੀ ਹੈ। ਜੇ ਅਸੀਂ ਉਧਰਲੇ ਪਾਸੇ ਨੇ ਦੇਖਿਆ ਆਪਸ ਦੇ ਵਿੱਚ ਲੜਦੇ ਰਹਾਂਗੇ ਫਿਰ ਤਾਂ ਕੰਮ ਗਿਆ। ਬਾਕੀ ਸੰਧਾਲੀਆ ਸਾਹਿਬ, ਸਤਿੰਦਰ ਜੈਨ ਜਿਹੜੇ ਕਿ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ, ਕੇਜਰੀਵਾਲ ਸਾਹਿਬ ਦੀ ਸਰਕਾਰ 'ਚ, ਉਹਨਾਂ ਦੇ 3-4 ਵੀਡੀਓ ਪਹਿਲਾਂ ਆਏ ਸੀ ਕਿ ਕੋਈ ਉਹਨਾਂ ਦੀ ਮਾਲਸ਼ ਕਰਦਾ, ਕੋਈ ਲੱਤਾਂ ਘੁੱਟਦਾ। ਫਿਰ ਅਗਲਾ ਵੀਡੀਓ ਆ ਗਿਆ ਕਿ ਭਾਈ ਆ ਦੇਖੋ ਟੌਰਨਾ ਬੈਰਕ ਦੇ ਅੰਦਰ ਰੋਟੀ ਖਾਂਦੇ ਆ, ਰੋਟੀ ਬਾਹਰੋਂ ਆਈ ਲੱਗਦੀ ਹੈ। ਫਿਰ ਤੀਸਰਾ ਵੀਡੀਓ ਜਿਹੜਾ ਉਹ ਵੀ ਆ ਗਿਆ ਸੀ, ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਦੇਖ ਲਿਆ ਕਿ ਭਾਈ ਜੇਲ੍ਹ ਸੁਪਰਡੈਂਟ ਸਾਹਿਬ ਦੇ ਬਾਬਤ ਦੋਸ਼ ਲੱਗਾ ਕਿ ਭਾਈ ਉਹ ਵੀ ਜਾ ਕੇ ਬਹਿੰਦੇ ਆ। ਸਾਰੀਆਂ ਵੀਡੀਓਜ਼ ਭਾਰਤੀ ਜਨਤਾ ਪਾਰਟੀ ਖੁਲਾਸੇ ਕਰਦੀ ਸੀ। ਹੁਣ 1 2 3 ਵੀਡੀਓ ਹੋਰ ਆ ਗਈਆਂ, ਉਹ ਕਹਿੰਦੇ ਜੀ ਆਹ ਦੇਖੋ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਕਿ 6 ਬੰਦੇ ਜੇਲ੍ਹ ਦੇ ਵਿੱਚ ਸਤਿੰਦਰ ਜੈਨ ਦੀ ਸੇਵਾ 'ਚ ਲੱਗੇ ਹੋਆ। ਕੋਈ ਆਣ ਕੇ ਚਾਦਰ ਝਾੜਦਾ ਹੈ, ਕੋਈ ਨਾਲ ਚਾਦਰ ਵਿਛਵਾਉਂਦਾ ਹੈ, ਕੋਈ ਪੋਚੇ ਲਾਉਂਦਾ ਹੈ, ਕੋਈ ਭਾਂਡੇ ਧੋਂਦਾ ਹੈ। ਤੇ ਭਾਰਤੀ ਜਨਤਾ ਪਾਰਟੀ ਨੇ ਵੀਡੀਓ ਪੋਸਟ ਕਰਕੇ ਕਿਹਾ ਕਿ ਆਹ ਦੇਖੋ ਜੀ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਘਪਲੇਬਾਜ਼ ਮੰਤਰੀ ਦੇ ਲਈ 5 ਸਟਾਰ ਹੋਟਲ ਜੇਲ੍ਹ ਦੇ ਵਿੱਚ ਹੀ ਪ੍ਰਬੰਧ ਕਰ ਦਿੱਤਾ। ਕਹਿੰਦੇ ਜਿੱਥੋਂ ਰੋਟੀ ਬਾਹਰ ਆਉਂਦੀ ਹੈ, ਰੂਮ ਸਰਵਿਸ ਹੈ, ਸਾਫ ਸਫਾਈ ਵਾਲੇ ਬੰਦੇ ਨੇ, ਲੱਤਾਂ ਘੁੱਟਣ ਵਾਲੇ ਬੰਦੇ ਨੇ, ਸਿਰ ਤੇ ਸਰੋਂ ਦਾ ਤੇਲ ਪਾ ਕੇ ਮਾਲਿਸ਼ ਕਰਨ ਵਾਲੇ ਬੰਦੇ ਨੇ। ਹੁਣ
ਇਹ ਗੱਲਾਂ ਛੋਟੀਆਂ ਤਾਂ ਨਹੀਂ, ਵੀਡੀਓ ਆਈ ਜਾਂਦੀਆਂ। ਹਾਲਾਂਕਿ ਅਦਾਲਤ ਦੇ ਵਿੱਚ ਵੀ ਜਿਹੜੀ ਪਟੀਸ਼ਨ ਪਾਈ ਹੋਈ ਹੈ, ਬੇਨਤੀ ਕੀਤੀ ਹੋਈ ਹੈ ਸਤਿੰਦਰ ਜੈਨ ਨੂੰ, ਰਣੇ ਖਪਾਈ ਮੇਰੀ ਬੈਰਕ ਦੀਆਂ ਵੀਡੀਓ ਕਿੱਦਾਂ ਬਣੀ ਜਾਂਦੀਆਂ, ਉਹ ਪਤਾ ਲੱਗਣਾ ਚਾਹੀਦਾ। ਇਹ ਜੇਲ੍ਹ ਦੀ ਸੁਰੱਖਿਆ ਦਾ ਵੀ ਮਾਮਲਾ। ਪਰ ਆ ਜਿਹੜੀਆਂ ਸਾਰੀਆਂ ਘਟਨਾਵਾਂ ਵੀਡੀਓ ਦੇ ਵਿੱਚੋਂ ਸਾਹਮਣੇ ਆਈਆਂ, ਚਾਹੇ ਉਹ ਗਲਤ ਤਰੀਕੇ ਚਾਹੇ ਸਹੀ ਤਰੀਕੇ, ਇਹਨੂੰ ਜਸਟੀਫਾਈ ਕੌਣ ਕਰੂਗਾ ਬਈ? ਅਸੀਂ ਤਾਂ ਨਹੀਂ ਸੀ ਜੇਲ੍ਹਾਂ ਦੇ ਵਿੱਚ ਇਦਾਂ ਦੇਖਿਆ ਕਿ ਕੋਈ ਹੋਰ ਬੰਦਾ ਆ ਕੇ ਤੁਹਾਡੀ ਚਾਦਰ ਝਾੜ ਕੇ ਵਿਛਾਊਗਾ, ਕੋਈ ਹੋਰ ਬੰਦਾ ਤੁਹਾਡੇ ਲਈ ਰੋਟੀ ਲੈ ਕੇ ਆਊਗਾ, ਉੱਥੇ ਰਿਮੋਟ ਕੰਟਰੋਲ ਟੀਵੀ ਵਾਲਾ ਪਿਆ ਹੋਊਗਾ, ਉੱਥੇ ਕੋਈ ਬੰਦਾ ਤੁਹਾਡੀਆਂ ਲੱਤਾਂ ਕੁੱਟੂਗਾ। ਹਾਂ, ਅੰਦਰ ਖਾਤੇ ਕੁਝ ਚੱਲਦਾ ਹੋਊਗਾ, ਵੱਖਰੀ ਗੱਲ ਹੈ। ਪਰ ਕਿਉਂਕਿ ਉਹ ਦਿੱਲੀ ਦੇ ਮੰਤਰੀ ਨੇ, ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਜਿਹੜੇ ਕਹਿੰਦੇ ਸੀ ਕਿ ਮੈਂ ਕੱਖ ਵੀ ਗਲਤ ਨਹੀਂ ਕਰਦਾ। ਹੁਣ ਉਹ ਜਦੋਂ ਸਾਰੀਆਂ ਵੀਡੀਓ ਸਾਹਮਣੇ ਆਈ ਜਾਂਦੀਆਂ ਤੇ ਸੰਧਾਲੀਆ ਸਾਹਿਬ ਸਵਾਲ ਪੈਦਾ ਹੁੰਦਾ। ਕੇਜਰੀਵਾਲ ਸਾਹਿਬ ਗੁਜਰਾਤ ਸੀ, ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਤਾਂ ਪੁੱਛਣਾ ਹੀ ਸੀ। ਇਹਦੇ ਤੋਂ ਪਹਿਲਾਂ ਕਿ ਪੱਤਰਕਾਰ ਸਵਾਲ ਪੁੱਛਦੇ ਕਿ ਭਾਈ ਆ ਜੈਨ ਸਾਹਿਬ ਵਾਲਾ ਕੰਮ ਬੜਾ ਵਧੀਆ, ਉਹ ਕਹਿੰਦੇ ਜੀ ਮੈਂ ਤਾਂ ਬੇਨਤੀ ਕਰਦਾ, ਦਿੱਲੀ ਦੇ ਵਿੱਚ ਨਿਗਮ ਚੋਣਾਂ ਨੇ, ਉਹਦੇ ਮੱਦੇਨਜ਼ਰ ਸਾਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ। ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਤੁਹਾਨੂੰ ਵੀਡੀਓ ਬਣਾਉਣ ਵਾਲੀ ਪਾਰਟੀ ਰਹਿ ਗਈ ਹੈ, ਕਿ ਇਹਨਾਂ ਦੇ ਕੋਲ ਇੱਕੋ ਹੀ ਕੰਮ ਹੈ ਕਿ ਭਾਈ ਵੀਡੀਓ ਬਣਾ ਲਓ। ਦੂਸਰਾ ਉਹ ਕਹਿੰਦੇ ਜੀ ਮੈਂ ਦਿੱਲੀ ਦੇ ਲੋਕ, ਕਿਉਂਕਿ ਨਿਗਮ ਚੋਣਾਂ ਨੇ, ਉਹ ਕਹਿੰਦੇ ਜੀ ਮੈਂ ਦਿੱਲੀ ਦੇ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਤੁਸੀਂ ਅਗਲੇ 5 ਸਾਲ ਵੀਡੀਓ ਬਣਾਉਣ ਵਾਲੀ ਪਾਰਟੀ ਨੂੰ ਵੋਟਾਂ ਪਾਉਣੀਆਂ, ਜਾਂ ਫਿਰ ਜਿਨ੍ਹਾਂ ਦੇ ਕੋਲ ਸਾਡੇ ਕੋਲ ਜਾਣੀ ਕਿ ਆਮ ਆਦਮੀ ਪਾਰਟੀ ਦੇ ਕੋਲ ਯੋਜਨਾ ਹੈ ਤੇ ਉਹ ਡਿਵੈਲਪਮੈਂਟ ਕਰਾ ਸਕਦੇ ਦਿੱਲੀ ਦੀ, ਉਹਨਾਂ ਨੂੰ ਚੁਣਨਾ ਹੈ। ਉਹ ਕਹਿੰਦੇ ਜੀ ਤੁਹਾਡੇ ਹੱਥ ਹੈ, ਇਹਨਾਂ ਨੇ ਸਿਰਫ ਵੀਡੀਓ ਬਣਾ ਕੇ ਤੁਹਾਡਾ ਧਿਆਨ ਡਾਈਵਰਟ ਕਰਨਾ, ਅਸੀਂ ਕੰਮ ਕਰਨਾ। ਯਾਨੀ ਇਹ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਇੱਕ ਪਾਸੇ 10 ਵੀਡੀਓਜ਼ ਨੇ, ਇੱਕ ਪਾਸੇ 10 ਕੰਮ ਨੇ, ਤੁਸੀਂ 10 ਵੀਡੀਓਜ਼ ਨੂੰ ਵੋਟ ਪਾ ਦਿਓ ਜਾਂ 10 ਕੰਮਾਂ ਨੂੰ ਵੋਟ ਪਾ ਦਿਓ। ਪਰ ਇੱਕ ਗੱਲ ਤੇ ਹੈਗੀ ਆ ਵੀ ਜਿਹੜੀ ਗੱਲ ਉਹ ਕੀਤੀ ਜਾ ਰਹੀ ਉਹਦਾ ਜਵਾਬ ਕੇਜਰੀਵਾਲ ਸਾਹਿਬ ਨੇ ਕਿਤੇ ਨਹੀਂ ਦਿੱਤਾ। ਪਰ ਇੱਕ ਚੱਕਰ ਇੱਕ ਹੋਰ ਸੀਗਾ, ਮੈਂ ਪਿਛਲੇ ਦਿਨੀ ਹਰਜੋਤ ਸਿੰਘ ਬੈਂਸ ਸਾਹਿਬ ਦੀ ਗੱਲ ਸੁਣ ਰਿਹਾ ਸੀ, ਪੰਜਾਬ ਦੇ ਜੇਲ੍ਹਾਂ ਵਾਲੇ ਮੰਤਰੀ ਨੇ, ਉਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਤੇ ਉਹ ਕਹਿੰਦੇ ਜੀ ਉਹ ਜਿਹੜੀ ਜੇਲ੍ਹ ਆ, ਉਹ ਜੇਲ੍ਹ ਜੋ ਉਹਨਾਂ ਦਾ ਕਹਿਣ ਮੁਤਾਬਕ ਸੀਗਾ ਵੀ ਸ਼ਾਇਦ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ, ਤੇ ਹੋਮ ਮਿਨਿਸਟਰੀ ਜਿਹੜੀ ਉਹ ਕੇਂਦਰ ਸਰਕਾਰ ਦੀ ਹੈ। ਫਿਰ ਉਹ ਕਹਿੰਦੇ ਵੀ ਜੈਨ ਸਾਹਿਬ ਦੀ ਵੀਡੀਓ ਤੇ ਸਾਹਮਣੇ ਆ ਗਈ, ਪਰ ਪਿਛਲੇ ਦਿਨੀ ਜਦੋਂ ਲਾਰੈਂਸ ਬਿਸ਼ਨੋਈ ਹੋਰੀ ਉੱਥੇ ਸੀਗੇ ਤੇ ਉਹਨਾਂ ਨੂੰ ਫੋਨ ਜਾਂਦਾ ਕਿ ਵੀ ਹਾਂਜੀ ਮੂਸੇ ਵਾਲੇ ਦਾ ਕਤਲ ਹੋ ਗਿਆ, ਤੇ ਉਹ ਕਹਿੰਦੇ ਵੀ ਵੀਡੀਓ ਉਹਨਾਂ ਨੇ ਜਾਰੀ ਨਹੀਂ ਕੀਤੀ ਵੀ ਹਾਂ ਕਿਹੜੇ ਬੰਦੇ ਨੂੰ ਫੋਨ ਆਇਆ ਸੀ, ਕਿਹੜੇ ਬੰਦੇ ਨੇ ਜਾ ਕੇ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਾਈ ਸੀ। ਕਹਿੰਦੇ ਪਿਕ ਐਂਡ ਚੂਜ਼ ਵਾਲਾ ਮਾਮਲਾ, ਉਹਦਾ ਵੀ ਤੇ ਜਵਾਬ ਚਾਹੀਦਾ। ਹੁਣ ਦੇਖੋ, ਜੇ ਤੇ ਇਹਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਵੀ ਜੇਲ੍ਹ ਉਹ ਮੰਨ ਲਓ ਵੀ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ, ਤੇ ਫਿਰ ਹੋਮ ਮਿਨਿਸਟਰੀ ਦੇ ਅੰਡਰ ਵੀ ਇਹੋ ਜਿਹੇ ਬੰਦੇ ਕਿੱਦਾਂ ਜਾ ਸਕਦੇ ਵੀ ਉਹ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਇੰਨੀਆਂ ਸਹੂਲਤਾਂ ਦਿੰਦੇ ਹੋਣ, ਤੇ ਜੇ ਉਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਫਿਰ ਉਹਨਾਂ ਸਾਰੀਆਂ ਸਹੂਲਤਾਂ ਦੀ ਵੀਡੀਓਗ੍ਰਾਫੀ ਕਿੱਦਾਂ ਹੋ ਰਹੀ। ਸੋ ਮੈਨੂੰ ਲੱਗਦਾ ਵੀ ਇੰਨਾ ਸਿੱਧਾ ਨਹੀਂ ਲੱਗਦਾ ਇਹ ਮਸਲਾ ਜਿੰਨਾ ਇਸ ਵਕਤ ਜਾਂ ਆਪਾਂ ਵੀਡੀਓ ਦੇਖ ਕੇ ਰਿਐਕਟ ਕਰ ਲਈਏ ਜਾਂ ਬਿਆਨ ਸੁਣ ਕੇ ਰਿਐਕਟ ਕਰ ਲਈਏ। ਇਹਦੇ ਵਿੱਚ ਵੀ ਉਹ ਇਹ ਬੱਸ ਉਹ ਨਹੀਂ ਹੈ, ਟੁੱਟਵੀਆਂ ਬੱਸਾਂ ਲੱਗਦੀਆਂ ਵੀ ਕਦੀ ਕਿਸੇ ਅੱਡੇ ਦੇ, ਕਦੀ ਕਿਸੇ ਅੱਡੇ ਦੇ, ਕਦੀ ਕਿਸੇ ਅੱਡੇ 'ਤੇ ਚੜ੍ਹਦੀਆਂ ਉਤਰਦੀਆਂ, ਤੇ ਉਹ ਬੱਸ ਦੇ ਵਿੱਚ ਵੀ ਹਰੇਕ ਵਾਰ ਵੇਖਿਆ ਜਾਂਦਾ ਵੀ ਕਿਹੜੇ ਅੱਡੇ ਤੋਂ ਕਿੰਨੀਆਂ ਵੋਟਾਂ ਚੜ੍ਹਦੀਆਂ ਨੇ, ਕਿਹੜੇ ਅੱਡੇ ਤੋਂ ਕਿੰਨੀਆਂ ਵੋਟਾਂ ਉਤਰਦੀਆਂ ਨੇ। ਹੁਣ ਵੋਟਾਂ ਦੀ ਗਿਣਤੀ ਮਿਣਤੀ ਦੇ ਵਿੱਚ ਇਹ ਸਾਰਾ ਕੁਛ ਇਸ ਵਕਤ ਆਪਣੇ ਸਨਮੁਖ ਆ। ਪਰ ਇੱਕ ਗੱਲ ਤਾਂ ਹੈਗੀ ਆ ਵੀ ਜੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਵੋਟਰਾਂ ਦੇ ਉੱਪਰ ਅਸਰ ਪੈਣ ਲੱਗ ਪਿਆ, ਫਰਕ ਪੈਣ ਲੱਗ ਪਿਆ, ਤੇ ਫਿਰ ਇਹ ਜ਼ਰੂਰ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਟੇਟ ਦੇ ਲਈ ਜਾਂ ਆਪਾਂ ਕਹਿ ਲਓ ਭਾਰਤ ਦੇ ਲਈ ਮਾੜੀ ਗੱਲ ਆ ਕਿ ਵੀ ਆਪਾਂ ਹੁਣ ਸਾਹਮਣੇ ਹੁੰਦੇ ਡਰਾਮੇ ਜਾਂ ਸਾਹਮਣੇ ਆਉਂਦੇ ਬਿਆਨ ਜਿਹੜੇ ਨੇ ਉਹਨਾਂ ਨੂੰ ਵੇਖ ਕੇ ਵੋਟ ਪਾਵਾਂਗੇ। ਉਹਨਾਂ ਦੀ ਆਪਣੀ ਜ਼ਿੰਦਗੀ, ਉਹਨਾਂ ਦੇ ਆਪਣੇ ਮਸਲੇ, ਉਹਨਾਂ ਦੇ ਆਪਣੇ ਨਿਆਣਿਆਂ ਦਾ ਭਵਿੱਖ ਉਹ ਕਿਵੇਂ ਕਿੱਦਾਂ ਤੈਅ ਹੋਊਗਾ ਤੇ ਉਹਦੇ ਲਈ ਕਿਹਦੀ ਕੀ ਜ਼ਿੰਮੇਵਾਰੀ ਹੈ, ਉਹਦੇ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਹੋਣਾ। ਨਹੀਂ, ਜ਼ਰੂਰੀ ਹੈ ਸੰਧਾਲੀਆ ਸਾਹਿਬ, ਧਿਆਨ ਤੇ ਹੁਣ ਤਾਂ ਉਧਰਲੇ ਪਾਸੇ ਕਿਹਦਾ ਹੋਣਾ ਹੀ। ਬਾਕੀ ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਭ ਤੋਂ ਵੱਧ ਸਰਗਰਮ ਹੁੰਦੇ ਆ, ਚਰਚਾ 'ਚ ਰਹਿੰਦੇ ਆ। ਕਦੇ ਜ਼ਮੀਨ ਛਡਾਉਣੀ ਹੈ, ਕਦੇ ਕੁਛ ਕਰਨਾ ਹੈ, ਕਦੇ ਪ੍ਰੈਸ ਕਾਨਫਰੰਸ ਕਰਨੀ ਹੈ, ਕਦੇ ਵਿਰੋਧੀਆਂ ਦੀ ਗੱਲ ਦਾ ਜਵਾਬ ਦੇਣਾ। ਹੁਣ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਜਿਹੜੇ ਕਿ ਐਗਰੀਕਲਚਰ ਮਿਨਿਸਟਰ ਨੇ, ਉਹ ਰਾਣੀਆਂ ਪਿੰਡ 'ਚ ਗਏ, ਰਾਵੀ ਦਰਿਆ ਦੇ ਕੋਲ, ਤੇ ਉੱਥੋਂ ਫਿਰ ਬੇੜੇ 'ਚ ਸਵਾਰ ਹੋਏ, ਰਾਵੀ ਦਰਿਆ ਪਾਰ ਕੀਤਾ। ਫਿਰ BSF ਤੋਂ ਪ੍ਰਵਾਨਗੀ ਲਈ ਜਿਹੜੀ ਕੰਡਿਆਲੀ ਤਾਰ ਲੱਗੀ ਆ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਫਿਰ ਉਹਨੂੰ ਪਾਰ ਕੀਤਾ। ਹੁਣ ਪੰਜਾਬ ਦਾ ਇੱਕ ਮੰਤਰੀ ਹੈ, ਉਹ ਰਾਵੀ ਦਰਿਆ ਕਿਸ਼ਤੀ 'ਚ ਪਾਰ ਕਰੇ, ਮੁੜ ਕੇ ਕੰਡਿਆਲੀ ਤਾਰ ਪਾਰ ਕਰਕੇ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਜਾਵੇ। ਜਿਹੜੀ ਸਾਡੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ, ਪਾਕਿਸਤਾਨ ਦੇ ਬਾਰਡਰ ਤੋਂ ਇੱਧਰਲੇ ਪਾਸੇ ਹੈ। ਉਹ ਜ਼ਮੀਨ ਜਿੱਥੇ ਖੇਤੀ ਕਰਨੀ ਔਖੀ, ਜਿੱਥੇ ਤੁਸੀਂ ਰਾਤ ਨੂੰ ਨੱਕਾ ਮੋੜਨ ਵੀ ਨਹੀਂ ਜਾ ਸਕਦੇ, ਜਿੱਥੇ ਤੁਸੀਂ 3 ਫੁੱਟ ਤੋਂ ਉੱਚੀ ਕੋਈ ਫਸਲ ਵੀ ਨਹੀਂ ਬੀਜ ਸਕਦੇ, ਜਿੱਥੇ ਜੇ ਤੁਸੀਂ ਕਿਸੇ ਕਿਰਤੀ ਬੰਦੇ ਨੂੰ ਨਾਲ ਲੈ ਕੇ ਜਾਣਾ ਤੇ ਤੁਹਾਨੂੰ ਸਪੈਸ਼ਲ ਆਗਿਆ ਲੈਣੀ ਪੈਂਦੀ ਹੈ ਬਾਰਡਰ ਸਿਕਿਉਰਿਟੀ ਫੋਰਸ ਤੋਂ, ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਸਲਾ। ਜੇ ਤੁਸੀਂ ਉੱਥੇ ਕਣਕ ਝੋਨਾ ਕੁਝ ਬੀਜ ਵੀ ਲਿਆ, ਕਿਉਂਕਿ ਛੋਟੇ ਕੱਦ ਦੀਆਂ ਫਸਲਾਂ,
ਤਾਂ ਤੁਹਾਨੂੰ ਉਹ ਵੱਢਣ ਦੇ ਲਈ, ਕੰਬਾਈਨ ਲਿਜਾਣ ਦੇ ਲਈ ਵੀ ਕਈ ਤਰ੍ਹਾਂ ਦੇ ਓੜ-ਪੋੜ ਉਦਮ ਕਰਨੇ ਪੈਂਦੇ ਆ, ਫਿਰ ਕਿਤੇ ਜਾ ਕੇ ਸੁਰੱਖਿਆ ਦੇ ਮੱਦੇਨਜ਼ਰ ਪ੍ਰਵਾਨਗੀ ਮਿਲਦੀ ਹੈ। ਜਾਣੀ ਕਿ ਤੁਸੀਂ ਗੰਨਾ ਨਹੀਂ ਬੀਜ ਸਕਦੇ, ਤੁਸੀਂ ਬਾਜਰਾ ਨਹੀਂ ਬੀਜ ਸਕਦੇ, ਤੁਸੀਂ ਚਰੀ ਨਹੀਂ ਬੀਜ ਸਕਦੇ, ਤੁਸੀਂ ਕਪਾਹ ਨਹੀਂ ਬੀਜ ਸਕਦੇ, ਤੁਸੀਂ ਮੱਕੀ ਨਹੀਂ ਬੀਜ ਸਕਦੇ। ਕੋਈ ਵੀ ਵੱਡੀ ਫਸਲ ਜਿਹੜੀ ਹੈ ਉਹ ਕੰਡਿਆਲੀ ਤਾਰ ਤੋਂ ਪਾਰ ਬੀਜੀ ਨਹੀਂ ਜਾ ਸਕਦੀ, ਆਪਾਂ ਸਾਰਿਆਂ ਨੂੰ ਪਤਾ ਹੈ। ਹੁਣ ਅਗਲਾ, ਢਾਲੀਵਾਲ ਸਾਹਿਬ ਗਏ, ਉਹ ਕਹਿੰਦੇ ਮੈਂ ਮੰਤਰੀ ਬਣਿਆ ਤੇ ਮੈਂ ਆਪਣੇ ਮਹਿਕਮੇ ਦੀਆਂ ਜ਼ਮੀਨਾਂ ਦੇਖਦਾ ਸੀ ਕਿੱਥੇ ਪਈਆਂ, ਕਿਉਂਕਿ ਸਰਕਾਰੀ ਵਿਭਾਗਾਂ ਦੇ ਕੋਲ ਵੀ ਜ਼ਮੀਨਾਂ ਹੁੰਦੀਆਂ। ਉਹ ਕਹਿੰਦੇ ਮੈਂ ਹੈਰਾਨ ਰਹਿ ਗਿਆ, ਮੈਨੂੰ ਪਤਾ ਲੱਗਿਆ ਕਿ 700 ਏਕੜ ਜ਼ਮੀਨ 2008 ਦੇ ਵਿੱਚ ਪੰਜਾਬ ਸਰਕਾਰ ਨੇ ਖਰੀਦੀ। 700 ਏਕੜ ਜ਼ਮੀਨ ਜਿਹੜੀ ਹੈ, ਹੁਣ ਉਹ ਜਿਹੜੀ 700 ਏਕੜ ਜ਼ਮੀਨ ਖਰੀਦੀ ਗਈ ਉਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਰੱਖਦੀ ਹੈ। ਉਹ ਢਾਲੀਵਾਲ ਸਾਹਿਬ ਦਾ ਕਹਿਣਾ ਹੈ, ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਉਸ ਸਰਕਾਰ ਦੇ ਵੇਲੇ ਰਾਵੀ ਤੋਂ ਪਾਰ ਤੇ ਕੰਡਿਆਲੀ ਤਾਰ ਤੋਂ ਪਾਰ 32 ਕਰੋੜ ਰੁਪਏ ਦੀ, ਯਾਨੀ 4.5 ਲੱਖ ਰੁਪਏ ਨੂੰ ਏਕੜ, ਸਰਕਾਰ ਨੇ ਫੈਸਲਾ ਕੀਤਾ ਕਿ ਭਾਈ ਅਸੀਂ ਬੀਜ ਕੇਂਦਰ ਬਣਾਉਣਾ ਹੈ ਜਿੱਥੇ ਬੀਜ ਪੈਦਾ ਕੀਤੇ ਜਾਂਦੇ ਖੇਤੀਬਾੜੀ ਦੇ। 32 ਕਰੋੜ ਰੁਪਏ ਦੀ ਕਹਿੰਦੇ ਜੀ ਜ਼ਮੀਨ ਖਰੀਦ ਲਈ, 700 ਏਕੜ, 8 ਕਰੋੜ ਰੁਪਏ ਦੇ ਉੱਥੇ ਬੋਰ ਕਰਾ ਲਿਆ, ਟਰੈਕਟਰ ਲੈਣ ਦਾ, ਹੋਰ ਮਸ਼ੀਨਰੀ ਲੈਣ ਦੀ। ਉਹ ਕਹਿੰਦੇ ਮੇਰੀ ਸਮਝ ਤੋਂ ਬਾਹਰ ਹੈ। ਮੈਂ ਕਹਿੰਦੇ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਕਿ ਕਿਸੇ ਨੇ ਕੁਝ ਗਲਤ ਕੀਤਾ ਜਾਂ ਸਹੀ ਕੀਤਾ। ਇੱਕ ਦੋ ਵਾਰੀ ਕਹਿੰਦੇ ਜੀ ਉੱਥੇ ਫਸਲ ਬੀਜੀ ਗਈ ਹੈ ਪਿਛਲੇ 14 ਸਾਲਾਂ 'ਚ, ਮੁੜ ਕੇ ਝਾੜੀਆਂ, ਸਰਕੰਡੇ, ਮਸ਼ੀਨਰੀ ਖਰਾਬ ਹੋ ਰਹੀ ਹੈ, ਬੋਰ ਬਹਿ ਗਏ ਆ। ਉਹ ਕਹਿੰਦੇ ਜੀ ਅਸੀਂ ਹੁਣ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲ ਕੀ ਸੀ ਕਿ 40 ਕਰੋੜ ਰੁਪਈਆ ਖਰਚ ਕੇ ਉਸ ਥਾਂ ਦੇ ਉੱਤੇ ਸਰਕਾਰ ਨੇ ਜ਼ਮੀਨ ਖਰੀਦੀ, ਜਿਹੜੀ ਥਾਂ ਦੇ ਉੱਤੇ ਤੁਸੀਂ ਕੋਈ ਵੱਡੀ ਫਸਲ ਹੀ ਨਹੀਂ ਬੀਜ ਸਕਦੇ, ਜਿਹੜੀ ਥਾਂ ਦੇ ਉੱਤੇ ਤੁਹਾਨੂੰ ਪਾਰ ਜਾਣ ਦੇ ਲਈ ਵੀ BSF ਤੋਂ ਪ੍ਰਵਾਨਗੀ ਲੈਣੀ ਪੈਣੀ ਹੈ, ਜਿਹੜੀ ਥਾਂ ਦੇ ਉੱਤੇ ਰਾਤ ਨੂੰ ਤੁਸੀਂ ਜਾ ਕੇ ਭੂਰਾ ਵੀ ਕੰਮ ਨਹੀਂ ਕਰ ਸਕਦੇ। ਉਹ ਕਹਿੰਦੇ 40 ਕਰੋੜ ਰੁਪਈਆ ਲੱਗਾ ਭਾਈ, ਅਸੀਂ ਹੁਣ BSF ਦੇ ਨਾਲ ਸੰਪਰਕ ਕਰਕੇ, ਕੇਂਦਰ ਸਰਕਾਰ ਦੇ ਨਾਲ ਰਾਬਤਾ ਕਰਕੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ 700 ਏਕੜ ਜ਼ਮੀਨ ਹੈ ਇੱਥੇ ਮਾੜੀ ਮੋਟੀ ਖੇਤੀਬਾੜੀ ਸ਼ੁਰੂ ਕੀਤੀ ਜਾ ਸਕੇ। ਤੇ ਨਾਲ ਹੀ ਉਹ ਕਹਿੰਦੇ ਜੀ ਅਸੀਂ ਬੰਦੇ ਲੱਭਾਂਗੇ ਜਿਨ੍ਹਾਂ ਤੋਂ ਸਰਕਾਰ ਨੇ ਜ਼ਮੀਨ ਖਰੀਦੀ, ਕਿਉਂਕਿ ਇੱਕੋ ਪਿੰਡ ਦੇ ਨੇ ਬਹੁਤੇ, ਕਿ ਅਸੀਂ ਉਹ ਬੰਦੇ ਲੱਭਾਂਗੇ ਤੇ ਬੰਦਿਆਂ ਨੂੰ ਪੁੱਛਾਂਗੇ ਕਿ ਭਾਈ ਤੁਹਾਡੇ ਤੋਂ ਜ਼ਮੀਨ ਖਰੀਦੀ ਗਈ, ਤੁਹਾਨੂੰ ਕਿੰਨੇ ਪੈਸੇ ਮਿਲੇ, ਹਾਲਾਤ ਕੀ ਸੀ। ਪਰ ਸੰਧਾਲੀਆ ਸਾਹਿਬ ਇਹ ਗੱਲ ਵਿਚਾਰਨੀ ਤਾਂ ਪਊਗੀ, ਜੇ ਤਾਂ ਖੇਤੀਬਾੜੀ ਵਿਭਾਗ ਦੀ ਜਾਂ ਸਰਕਾਰੀ ਜ਼ਮੀਨ ਪਹਿਲਾਂ ਹੀ ਪਈ ਹੋਵੇ ਤਾਂ ਕੋਈ ਗੱਲ ਨਹੀਂ, ਬੀਜ ਕੇਂਦਰ ਬਣਾਓ, ਤੁਸੀਂ ਬੋਰ ਕਰੋ, ਤੁਸੀਂ ਟਰੈਕਟਰ ਲਿਆਓ, ਤੁਸੀਂ ਜੋ ਮਰਜ਼ੀ ਕਰੋ। ਪਰ 2008 ਦਾ ਸਮਾਂ ਉਹ ਜਦੋਂ ਪੰਜਾਬ ਦੇ ਸਿਰ ਕਰਜ਼ ਚੜਿਆ, 2008 ਦਾ ਸਮਾਂ ਤਾਂ ਉਹ ਸੀ ਜਦੋਂ ਪੰਜਾਬ ਦੀਆਂ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਗਹਿਣੇ ਪਾਈਆਂ ਜਾ ਰਹੀਆਂ ਸੀ। ਐਨ ਉਸ ਵੇਲੇ ਬਾਰਡਰ ਦੇ ਕੋਲ ਕੰਡਿਆਲੀ ਤਾਰ ਤੋਂ ਪਾਰ, ਰਾਵੀ ਤੋਂ ਪਾਰ 700 ਏਕੜ ਜ਼ਮੀਨ ਜੇ ਸਰਕਾਰ ਖਰੀਦੀ ਹੈ, ਫਿਰ ਢਾਲੀਵਾਲ ਸਾਹਿਬ ਨੇ ਜਾਣਾ ਸੀਗਾ ਹੀ। ਨਹੀਂ ਜਾਣਾ ਸੀਗਾ। ਮੇਰਾ ਖਿਆਲ ਇਹ ਜਦੋਂ ਗੱਲ ਸਾਹਮਣੇ ਆਈ ਨਾ ਤੇ ਹਰੇਕ ਬੰਦੇ ਦੇ ਇੱਕ ਵਾਰਾਂ ਤਾਂ ਕੰਨ ਜੇ ਖੜੇ ਹੁੰਦੇ ਆ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਬੀਜ ਕੇਂਦਰ ਦੇ ਲਈ, ਬੀਜ ਕੇਂਦਰ ਦਾ ਮਤਲਬ ਇਹ ਹੋ ਗਿਆ ਵੀ ਸੋਧੇ ਹੋਏ ਬੀਜ ਖੇਤੀਬਾੜੀ ਮਹਿਕਮਾ ਜਿਹੜਾ ਉਹ ਬਣਾਉਣ ਦੀ ਗੱਲ ਕਰੂਗਾ। ਤੇ ਮੈਨੂੰ ਇਹ ਵੀ ਗੱਲ ਥੋੜੀ ਸਮਝ ਆਉਂਦੀ ਵੀ ਜਦੋਂ ਮੰਨ ਲਓ ਅਜੇ ਆਪਾਂ ਬੀਜ ਤਿਆਰ ਕਰਨਾ, ਇਹਦਾ ਮਤਲਬ ਉਸ ਫਸਲ ਦੀ ਤੇ ਲੋੜੋਂ ਵੱਧ ਕੇਅਰ ਕਰਨੀ ਪੈਣੀ ਆ ਵੀ ਹਾਂਜੀ ਆਪਾਂ ਇੰਨੀ ਮਾਤਰਾ 'ਚ ਬੀਜ ਪਾਉਣਾ, ਇੰਨੀ ਇਹ 'ਤੇ ਦਵਾਈ ਪਾਉਣੀ ਆ, ਫਿਰ ਇਹਨੂੰ ਕੋਈ ਤੇਲਾ, ਕੋਈ ਚੇਪਾ, ਕੋਈ ਹੋਰ ਇਹਦੇ ਵਿੱਚ ਬਿਮਾਰੀ, ਉਹਦਾ ਕੀ ਇਲਾਜ ਆ, ਜੇ ਕੋਈ ਥੱਲੇ ਕੋਈ ਨਦੀਨ ਨੂਦੂਨ ਉੱਗਦਾ ਉਹਦੇ 'ਤੇ ਸਪਰੇਅ ਕਦੋਂ ਕਰਨੀ ਆ, ਪਾਣੀ ਕਦੋਂ ਦੇਣਾ, ਮੀਂਹ ਦਾ ਕੀ ਹਿਸਾਬ ਕਿਤਾਬ ਆ, ਗੜਿਆਂ ਦਾ ਕੀ ਹਿਸਾਬ ਕਿਤਾਬ ਆ। ਹੋ ਸਕਦਾ ਵੀ ਹਨੇਰੇ ਸਵੇਰੇ ਵੀ ਜਿਹੜਾ ਕੋਈ ਤਾਪਮਾਨ, ਟੈਂਪਰੇਚਰ ਹੈ, ਕੋਈ ਖੇਤੀ ਵਿਗਿਆਨੀ, ਖੇਤੀ ਮਾਹਰ ਜਿਹੜਾ ਉਹ ਵੀ ਨੋਟ ਕਰਦੇ ਹੋਣ, ਕਿਉਂਕਿ ਬੀਜ ਆਪਾਂ ਤਿਆਰ ਕਰਨਾ ਨਾ ਨਵੇਂ ਸਿਰੇ ਤੋਂ, ਇੱਕ ਉਹ ਫਸਲ ਤਿਆਰ ਕਰਨੀ ਜਿਹਦੇ ਬਾਰੇ ਬਾਅਦ 'ਚ ਇਹ ਗਰੰਟੀ ਦਿੱਤੀ ਜਾ ਸਕੇ ਜੀ ਆਹ ਇੱਕ ਨਵਾਂ ਬੀਜ ਆਇਆ, ਇਹਨੂੰ ਹੁਣ ਕਿਸਾਨ ਜਿਹੜੇ ਜੀ ਉਹ ਬੀਜਣ ਤੇ ਇਸ ਬੀਜ ਦਾ ਇੰਨਾ ਝਾੜ ਹੋਊਗਾ, ਐਸ ਬਿਮਾਰੀ ਤੋਂ ਇਹ ਰਹਿਤ ਆ ਇਹਦੇ ਫਾਇਦੇ ਨੇ। ਹੁਣ ਜਦੋਂ ਇੰਨਾ ਕੁਛ ਕਰਨਾ ਹੋਊਗਾ ਤੇ ਇਹਦੀ ਗੱਲ ਕਲੀਅਰ ਹੈ ਵੀ ਹਰੇਕ ਚੀਜ਼ ਪਹੁੰਚ 'ਚ ਹੋਣੀ ਚਾਹੀਦੀ ਜਿੱਥੇ ਆਪਾਂ ਇਹ ਚੀਜ਼ਾਂ ਬੀਜੀਆਂ। ਪਰ ਜਿਹੜਾ ਥਾਂ ਵਾਕਿਆ ਤੁਸੀਂ ਦੱਸਿਆ ਜਾਂ ਜਿੱਦਾਂ ਢਾਲੀਵਾਲ ਸਾਹਿਬ ਨੇ ਦੱਸਿਆ ਵੀ ਜਿੱਥੇ ਉਹ ਪਹਿਲਾਂ ਰਾਵੀ ਦਰਿਆ ਪਾਰ ਕਰੋ, ਫਿਰ ਕੰਡਿਆਲੀ ਤਾਰ ਪਾਰ ਕਰੋ ਤੇ ਫਿਰ ਜਾ ਕੇ ਤੁਸੀਂ ਉਸ ਜ਼ਮੀਨ 'ਤੇ ਪਹੁੰਚਦੇ ਹੋ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਆਮ ਧਮਾਤੜ ਬੰਦਾ ਜਿਹੜਾ ਕਿ ਭਾਵੇਂ 24 ਘੰਟੇ 7 ਦਿਨ ਵਾਹੀ ਦਾ ਕੰਮ ਕਰਦਾ, ਉਹਦੇ ਲਈ ਵੀ ਉੱਥੇ ਜਾਣਾ ਇੰਨਾ ਸੌਖਾ, ਇੰਨਾ ਪੋਸੀਬਲ ਹੋਵੇ। ਤੇ ਜਿਹੜੇ ਖੇਤੀ ਵਿਗਿਆਨੀ ਜਾਂ ਖੇਤੀ ਮਾਹਰ ਸਾਹਿਬ ਜਿਨ੍ਹਾਂ ਦਾ ਕੰਮ ਹੁੰਦਾ ਵੀ ਹਾਂਜੀ ਬੂਟ 'ਤੇ ਵੀ ਘਟਾ ਨਾ ਪੈ ਜੇ ਤੇ ਪੈਂਟ ਵੀ ਥੋੜ੍ਹੀ ਜਿਹੀ ਮਤਲਬ ਲਿਬੜੇ ਨਾ ਕਿਤੇ, ਉਹ ਉੱਥੇ ਵਾਰ-ਵਾਰ ਜਾਣਗੇ ਜਾਂ ਜਾਂਦੇ ਹੋਣਗੇ। ਮਤਲਬ ਇਹ ਹੈ ਤੇ ਕਿਤੇ ਨਾ ਕਿਤੇ ਸਵਾਲ ਖੜੇ ਕਰਨ ਵਾਲੀ ਗੱਲ ਹੀ। ਪਰ ਜਿੱਦਾਂ ਢਾਲੀਵਾਲ ਸਾਹਿਬ ਨੇ ਵਾਰ-ਵਾਰ ਕਿਹਾ ਵੀ ਅਸੀਂ ਕਿਸੇ 'ਤੇ ਕੋਈ ਸਵਾਲ ਨਹੀਂ ਖੜੇ ਕਰਦੇ, ਅਸੀਂ ਸਿਰਫ ਲੱਭਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਇੱਦਾਂ ਫੈਸਲਾ ਲਿਆ ਕਿਉਂ ਗਿਆ।
ਪਲੱਸ ਉਹਨਾਂ ਦੇ ਬਿਆਨ 'ਚ ਇੱਕ ਗੱਲ ਨੋਟ ਕਰਨ ਵਾਲੀ ਸੀ, ਉਹ ਕਹਿੰਦੇ ਵੀ ਜਿਨ੍ਹਾਂ ਤੋਂ ਇੱਕ ਫਸਲ ਖਰੀਦੀ ਗਈ ਉਹਨਾਂ ਤੋਂ ਪਹਿਲਾਂ ਕਿਹਦੇ ਕੋਲੇ ਮਾਲਕੀ ਸੀਗੀ ਉਹ ਵੀ ਪਤਾ ਕਰਨਾ। ਹੁਣ ਜਿਹੜੇ ਜਿਨ੍ਹਾਂ ਤੋਂ ਫਸਲ ਜਿਨ੍ਹਾਂ ਤੋਂ ਖਰੀਦੀ ਗਈ ਜ਼ਮੀਨ ਉਹਨਾਂ ਤੋਂ ਵੀ ਪਹਿਲਾਂ ਕਿਸੇ ਕੋਲੇ ਮਾਲਕੀ ਸੀਗੀ, ਇਹ ਜਿਹੜਾ ਸਵਾਲ ਹੈ ਮੈਨੂੰ ਲੱਗਦਾ ਵੀ ਇਹ ਥੋੜ੍ਹਾ ਜਿਹਾ ਜ਼ਿਆਦਾ ਗੁੰਝਲਦਾਰ ਹੈ। ਕਿਉਂਕਿ ਜੇ ਜ਼ਮੀਨ ਮੰਨ ਲਓ ਵੀ ਕਿਸੇ ਦੀ ਆਪਣੀ ਪੁਸ਼ਤੈਨੀ ਆ, ਖਾਨਦਾਨੀ ਆ, ਅਤੇ ਫਿਰ ਉਹਨਾਂ ਤੋਂ ਪਹਿਲਾਂ ਉਹ ਨਹੀਂ, ਅਤੇ ਉਹਨਾਂ ਦਾ ਬਾਪੂ, ਉਹਨਾਂ ਦਾ ਉਸ ਤੋਂ ਵੱਡਾ ਬਾਪੂ ਉਹਦਾ ਮਾਲਕ ਹੋਊਗਾ। ਇਹ ਥੋੜ੍ਹਾ ਵੀ ਕੋਈ ਬਾਹਰੋਂ ਆ ਗਿਆ। ਪਰ ਜਿੱਦਾਂ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਤੋਂ ਖਰੀਦੀ ਗਈ ਉਹਨਾਂ ਤੋਂ ਪਹਿਲਾਂ ਉਹਦਾ ਮਾਲਕ ਕੋਈ ਹੋਰ ਹੋ ਸਕਦਾ, ਜਾਂ ਕਿੱਦਾਂ ਕੀ ਹਿਸਾਬ ਕਿਤਾਬ ਸੀਗਾ, ਇਹ ਜ਼ਰੂਰ ਲੱਭ ਲੈਣਾ ਚਾਹੀਦਾ। ਕਿਉਂਕਿ ਇਹ ਗੱਲ ਤਾਂ ਪੱਕੀ ਆ ਵੀ ਜਿਸ ਜਗ੍ਹਾ ਦੇ ਉੱਪਰ ਜਾ ਕੇ ਜਿਸ ਮੰਤਵ ਦੇ ਲਈ ਜ਼ਮੀਨ ਖਰੀਦੀ ਗਈ ਆ, ਉਹ ਹਰੇਕ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਯਾਰ ਜੇ ਬੀਜਾਂ ਦਾ ਕੇਂਦਰ ਖੋਲ੍ਹਣਾ ਸੀ, ਵੀ ਕੋਈ ਖੋਜ ਕੇਂਦਰ ਵਾਲੀ ਗੱਲ ਕਰਨੀ, ਅਤੇ ਖੋਜ ਹੁਣ ਬਾਰਡਰ 'ਤੇ ਰਾਵੀ ਟੱਪ ਕੇ, ਦਰਿਆ ਟੱਪ ਕੇ, ਗਾਂ ਕੰਡਿਆਲੀ ਤਾਰ ਟੱਪ ਕੇ ਥੋੜ੍ਹਾ ਖੋਜ ਹੋਊਗੀ। ਚਲੋ ਨਿੱਕ ਸੁੱਕ ਕੁਛ ਨਾ ਕੁਛ ਸਾਹਮਣੇ ਆਊਗਾ। ਅਸੀਂ ਤਾਂ ਕਹਿੰਦੇ ਹਾਂ ਕਿ ਸਾਰੇ ਇਮਾਨਦਾਰੀ ਨੇ ਜੀ ਪੰਜਾਬ ਦੇ ਵਿੱਚ, ਅਸੀਂ ਨਹੀਂ ਕਿਸੇ ਤੇ ਸ਼ੱਕ ਕਰਦੇ। ਬਾਕੀ ਇਮਾਨਦਾਰੀ ਨਾਲ ਜਾਂਚ ਪੜਤਾਲ ਹੋ ਜਾਵੇ ਤਾਂ ਸੰਧਾਲੀਆ ਸਾਹਿਬ ਵਧੀਆ ਹੋ ਜਾਊਗਾ ਜੀ, ਬਿਹਤਰ ਹੋ ਜਾਊਗਾ। ਬਾਕੀ ਰਾਜਾ ਵੜਿੰਗ ਸਾਹਿਬ ਤੇ ਹਰੀਸ਼ ਚੌਧਰੀ ਹੋਰਾਂ ਦੇ ਕਹਿੰਦੇ ਜੀ ਪਰਦੇ ਫਾਸ਼ ਹੋਣੇ ਆ। ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਆ, ਚੌਧਰੀ ਸਾਹਿਬ ਕਾਂਗਰਸ ਪਾਰਟੀ ਦੇ ਇੰਚਾਰਜ ਆ। ਹੁਣ ਪਰਦੇ ਫਾਸ਼ ਕਿਉਂ ਹੋਣੇ ਆ? ਕਿਉਂਕਿ ਇੱਕ ਚਿੱਠੀ ਜਾਰੀ ਹੁੰਦੀ ਹੈ ਪੰਜਾਬ ਦੇ ਵਿੱਚ, ਸਿਆਸੀ ਤੌਰ ਦੇ ਉੱਤੇ ਹਲਚਲ ਹੁੰਦੀ ਹੈ। ਚਿੱਠੀ ਕੌਣ ਜਾਰੀ ਕਰਦਾ ਹੈ? ਹਰੀਸ਼ ਚੌਧਰੀ, ਕਾਂਗਰਸ ਪਾਰਟੀ ਪੰਜਾਬ ਸੂਬੇ ਦੇ ਇੰਚਾਰਜ। ਤੇ ਚਿੱਠੀ 2.5 ਲਾਈਨਾਂ ਦੀ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਜ਼ਿਲ੍ਹਾ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ, ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਉਹਨਾਂ ਦੀਆਂ ਸਾਰੀਆਂ ਸੇਵਾਵਾਂ, ਸ਼ਕਤੀਆਂ, ਤਾਕਤਾਂ ਖਤਮ। ਠੀਕ ਹੈ, ਜ਼ਿਲ੍ਹਾ ਪ੍ਰਧਾਨ ਰਹੇ ਆ ਮੋਗੇ ਦੇ, ਬਾਹਰ ਕੱਢ ਦਿੱਤੇ, ਕੋਈ ਗੱਲ ਨਹੀਂ। ਪਿਤਾ ਜੀ ਉਹਨਾਂ ਦੇ ਦਰਸ਼ਨ ਸਿੰਘ ਬਰਾੜ ਤਾਂ ਬਹੁਤ ਵੱਡੇ ਅਹੁਦਿਆਂ ਤੇ ਰਹੇ ਆ, ਆਪਾਂ ਨੂੰ ਪਤਾ ਹੈ। ਹੁਣ ਵਿੱਚ ਵਿਚਾਲੇ ਸੰਧਾਲੀਆ ਸਾਹਿਬ ਗੱਲ ਇਹ ਚੱਲਦੀ ਹੈ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਕਮਲਜੀਤ ਸਿੰਘ ਬਰਾੜ ਪੰਥਕ ਸਰਗਰਮੀਆਂ ਦੇ ਵਿੱਚ ਵੀ ਸ਼ਾਮਲ ਸੀ। ਹੁਣ ਪੰਥਕ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਥੋੜ੍ਹੀ ਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ। ਚੰਗਾ ਹੁੰਦਾ ਜੇ ਹਰੀਸ਼ ਚੌਧਰੀ ਸਾਹਿਬ ਜਿਹੜੀ ਕਾਰਨ ਦੇ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ, ਉਹ ਕੀ ਨੇ ਗਤੀਵਿਧੀਆਂ, ਉਹਨਾਂ ਦੇ ਬਾਬਤ ਸਾਰੀ ਗੱਲ ਕਲੀਅਰ ਕਰ ਦਿੰਦੇ ਤੇ ਤਾਂ ਰੌਲਾ ਰੱਪਾ ਪੈਂਦਾ ਹੀ ਨਾ। ਤੇ ਜਦੋਂ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਚੋਂ ਬਾਹਰ ਕਰਤਾ, ਉਹ ਕਹਿੰਦੇ ਜੀ ਗੱਲ ਹੀ ਕਿਹੜੀ ਹੈ, ਮੈਂ ਚੁੱਪ ਕਰਕੇ ਥੋੜੀ ਬੈਠਣਾ, ਮੈਂ ਤਾਂ ਸਾਰੀਆਂ ਅੰਦਰਲੀਆਂ ਗੱਲਾਂ ਦੱਸੂ ਕਿ ਆਖਿਰਕਾਰ ਕੌਣ ਕੀ ਬੰਦਾ ਕਿਹੜੀ ਚੀਜ਼ ਕਰਦਾ ਰਿਹਾ, ਵਿਧਾਨ ਸਭਾ ਦੀਆਂ ਚੋਣਾਂ ਹਾਰੇ ਕਿਉਂ, ਰੁਪਈਏ ਟਕੇ ਗਏ ਕਿੱਧਰ। ਠੀਕ ਹੈ ਜੀ ਕਮਲਜੀਤ ਸਿੰਘ ਬਰਾੜ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਪ੍ਰੈਸ ਕਾਨਫਰੰਸ ਕਰੋ, ਤੁਸੀਂ ਰੱਜ ਕੇ ਲਾਓ ਦੋਸ਼, ਪਰ ਨਾਲ ਮਾੜੇ ਮੋਟੇ ਸਬੂਤ ਵੀ ਸਾਹਮਣੇ ਰੱਖ ਦਿਓ। ਜੇ 7-8 ਮਹੀਨੇ 10 ਮਹੀਨੇ 20 ਮਹੀਨੇ ਪੁਰਾਣੀ ਕੋਈ ਗੱਲ ਕਰੋਗੇ ਤਾਂ ਸਵਾਲ ਨਾਲ ਇਹ ਵੀ ਖੜਾ ਹੋਊਗਾ ਕਿ ਭਾਈ ਤੁਸੀਂ ਉਦੋਂ ਕਿਉਂ ਨਾ ਬੋਲੇ। ਚਲੋ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਨਾ ਕਹਾਣੀ ਕਿੱਥੇ ਆ। ਮੋਗੇ ਤੋਂ ਵਿਧਾਇਕ ਹੁੰਦੇ ਸੀ ਡਾਕਟਰ ਹਰਜੋਤ ਕਮਲ, ਕਾਂਗਰਸ ਪਾਰਟੀ ਦੇ 5 ਸਾਲ MLA ਰਹੇ। ਹੁਣ ਉਹਨਾਂ ਦੀ ਟਿਕਟ ਕੱਟ ਕੇ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਦੇਤੀ, ਬੀਬੀ ਜਿੱਤੀ ਨਾ, ਮੁੜ ਕੇ ਗੈਰ ਸਰਗਰਮਿਆਂ। ਡਾਕਟਰ ਹਰਜੋਤ ਕਮਲ ਨੇ ਪਾਰਟੀ ਛੱਡਤੀ, ਉਹ ਭਾਰਤੀ ਜਨਤਾ ਪਾਰਟੀ ਚਲੇ ਗਏ। ਹੁਣ ਮੋਗਾ ਕੋ ਬਹੁਤਾ ਵੱਡਾ ਜ਼ਿਲ੍ਹਾ ਤਾਂ ਨਹੀਂ, ਤੇ ਜੇ ਉੱਥੇ ਸਾਬਕਾ ਮੰਤਰੀ ਦਾ ਪੁੱਤ ਜਿਹੜਾ ਕਿ ਪਹਿਲਾਂ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਰਿਹਾ, ਹੁਣ ਉਹ ਵੀ ਪਾਰਟੀ 'ਚ ਨਹੀਂ, ਸਾਬਕਾ ਵਿਧਾਇਕ ਵੀ ਪਾਰਟੀ 'ਚ ਨਹੀਂ, ਕੁਝ ਹੋਰ ਬੰਦੇ ਵੀ ਪਾਰਟੀ ਛੱਡ ਗਏ ਆ, ਤਾਂ ਕਾਂਗਰਸ ਦੀ ਸਥਿਤੀ ਕੀ ਹੋਏਗੀ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਜੇ ਇਸੇ ਤਰੀਕੇ ਇੱਕ ਇੱਕ ਕਰਕੇ ਜਾਂ ਤਾਂ ਬੰਦੇ ਛੱਡ ਕੇ ਜਾਂਦੇ ਰਹੇ ਜਾਂ ਬੰਦਿਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਰਿਹਾ, ਤਾਂ ਰਾਜਾ ਵੜਿੰਗ ਸਾਹਿਬ ਠੋਕ ਵਜਾ ਕੇ ਲੋਕ ਸਭਾ ਦੀਆਂ ਚੋਣਾਂ ਲਈ ਸਰਗਰਮੀਆਂ ਕਿੱਦਾਂ ਸ਼ੁਰੂ ਕਰ ਪਾਉਣਗੇ? ਨਹੀਂ, ਇਹ ਗੱਲ ਤਾਂ ਹੈਗੀ ਹੈ, ਕਿਉਂਕਿ ਕਾਂਗਰਸ ਪਾਰਟੀ ਦਾ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਇੱਕ ਇੱਕ ਕਰਕੇ ਵਿਕਟ ਡਿੱਗਦੀ ਜਾ ਰਹੀ ਆ, ਉਹਦਾ ਫਿਕਰ ਤੇ ਕਿਤੇ ਨਾ ਕਿਤੇ ਹੈਗਾ। ਹੁਣ ਇਸੇ ਫਿਕਰ ਦੇ ਵਿੱਚੋਂ ਪਤਾ ਨਹੀਂ ਗੱਲ ਨਿਕਲੀ ਆ ਜਾਂ ਫਿਰ ਕਿਤੇ ਕੋਈ ਗੱਲ ਹੋਰ ਰਿੱਝਦੀ ਪੱਕਦੀ ਆ। ਕਿਉਂਕਿ ਇਹ ਸੁਣਨ 'ਚ ਆਇਆ ਕਿ ਪ੍ਰਿਅੰਕਾ ਗਾਂਧੀ ਹੋਰਾਂ ਨੇ ਇੱਕ ਚਿੱਠੀ ਲਿਖੀ, ਤੇ ਚਿੱਠੀ ਲਿਖੀ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ। ਹੁਣ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਜੇਲ੍ਹ 'ਚ ਨੇ, ਕਿਉਂਕਿ ਉਹ 32-34 ਸਾਲ ਪੁਰਾਣਾ ਇੱਕ ਕੇਸ ਸੀਗਾ, ਜਿਹਦੇ ਕੇਸ ਦੇ ਵਿੱਚ ਉਹ ਸਜ਼ਾ ਯਾਫਤਾ ਨੇ, ਅਤੇ ਅਜੇ ਮੇਰੇ ਖਿਆਲ 5-6 ਮਹੀਨੇ ਦੀ ਸਜ਼ਾ ਉਹਨਾਂ ਦੀ ਹੈਗੀ ਆ। ਹੁਣ ਉੱਥੇ ਉਹ ਜੇਲ੍ਹ ਦੇ ਵਿੱਚ ਚਿੱਠੀ ਲਿਖਦੇ ਆ, ਅਤੇ ਜੋ ਹੁਣ ਤੱਕ ਕਹਿੰਦੇ ਵੀ ਆਮ ਤੌਰ 'ਤੇ ਇੱਕ ਸੂਤਰ ਸ਼ਬਦ ਵਰਤ ਲੈਂਦੇ ਵੀ ਸੂਤਰਾਂ ਦੇ ਹਵਾਲੇ ਤੋਂ ਗੱਲ ਸਾਹਮਣੇ ਆਉਂਦੀ ਹੈ ਵੀ ਉਹ ਕਹਿੰਦੇ ਵੀ ਤੁਸੀਂ ਹੁਣ ਹੌਲੀ ਹੌਲੀ ਸਰਗਰਮੀ ਵਾਲੇ ਪਾਸੇ ਧਿਆਨ ਕਰੋ, ਪੰਜਾਬ ਦੇ ਵਿੱਚ ਮਤਲਬ ਪੰਜਾਬ ਦੇ ਲਈ ਕੰਮ ਕਰਨ ਦੀ ਲੋੜ ਹੈ, ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨ ਦੀ ਲੋੜ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਿੱਧੂ ਸਾਹਿਬ ਨਾ ਤੇ ਪ੍ਰਧਾਨ ਨਹੀਂ ਕਾਂਗਰਸ ਪਾਰਟੀ ਦੇ, ਪ੍ਰਧਾਨਗੀ ਤੋਂ ਇਹਨਾਂ ਨੇ ਲਾਹ ਦਿੱਤਾ ਸੀ, ਨਾ ਉਹ ਬਾਹਰ ਹੀ ਨੇ ਵੀ ਉਹ ਕੋਈ ਪਲਾਨ ਇਹੋ ਜਿਹਾ ਕਰ ਸਕਣ ਵੀ ਜਿਹਦੇ ਵਿੱਚ ਉਹ ਕੋਈ ਨਾ ਕੋਈ ਸਰਗਰਮੀ ਕਰ ਸਕਣ।
ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀਗੇ ਪਿਛਲੇ ਸਮੇਂ 'ਚ ਜਦੋਂ ਉਹਨਾਂ ਨੇ ਕੋਈ ਸਰਗਰਮੀ ਵਿੱਢੀ ਸੀ ਤੇ ਉਹ ਵੀ ਆਪਾਂ ਦੇਖ ਲਿਆ ਸੀ ਵੀ ਉਹਨਾਂ ਨੂੰ ਵੀ ਚੁੱਕ ਕੇ ਪਾਰਟੀ 'ਚੋਂ ਲਾਂਭੇ ਕਰਤਾ ਸੀ ਜਾਂ ਕਾਰਨ ਦੱਸੋ ਨੋਟਿਸ ਪੁੱਛੇ ਸੀ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਰ ਹੋਣ, ਕਾਂਗਰਸ ਪਾਰਟੀ ਆਪਣੇ ਤੌਰ 'ਤੇ ਆਖੇ ਅਸੀਂ ਵਧੀਆ ਕੰਮ ਕਰ ਰਹੇ ਹਾਂ, ਪਰ ਕਾਂਗਰਸ ਹਾਈ ਕਮਾਂਡ 'ਚੋਂ ਇੱਕ ਚਿੱਠੀ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਜੇਲ੍ਹ 'ਚ ਬੈਠਿਆਂ ਨੂੰ ਜਾਵੇ, ਇਹ ਵੀ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਨਹੀਂ? ਸੰਧਾਲੀਆ ਸਾਹਿਬ, ਚਿੱਠੀ ਜਾਂਦੀ ਕਿੱਧਰੋਂ ਇਹ ਬਹੁਤ ਇੰਪੋਰਟੈਂਟ ਹੈ। ਰਾਹੁਲ ਗਾਂਧੀ ਸਾਹਿਬ ਭਾਰਤ ਜੋੜੋ ਯਾਤਰਾ 'ਚ ਸਰਗਰਮ ਨੇ, ਮਲਿਕ ਅਰਜੁਨ ਖੜਗੇ ਗੁਜਰਾਤ ਦੇ ਵਿੱਚ ਸਰਗਰਮ ਨੇ। ਬਾਕੀ ਸਾਰਾ ਕੰਮ ਕਰ ਜੇ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਦਾ ਬੀਬੀ ਪ੍ਰਿਯੰਕਾ ਗਾਂਧੀ ਨੇ ਸਾਂਭਿਆ, ਭਾਵੇਂ ਅਧਿਕਾਰਿਕ ਤੌਰ ਤੇ ਭਾਵੇਂ ਅਣਅਧਿਕਾਰਿਕ ਤੌਰ ਤੇ। ਇਹ ਚਿੱਠੀ ਜਿਹਦੀ ਇਬਾਰਤ ਨਹੀਂ ਪਤਾ ਕਿ ਉਹਦੇ ਵਿੱਚ ਲਿਖਿਆ ਕੀ ਹੈ, ਪਰ ਇਸ ਚਿੱਠੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਵਾਲਾ ਪਤਾ ਲਿਖਿਆ ਜਾਣਾ ਤੇ ਚਿੱਠੀ ਦਾ ਉੱਥੇ ਅਪੜਨਾ। ਕੋਈ ਬੰਦਾ ਇਹ ਨਾ ਸੋਚੇ ਕਿ ਭਾਈ ਬੀਬੀ ਪ੍ਰਿਯੰਕਾ ਗਾਂਧੀ ਨੇ ਸੁਨੇਹਾ ਭੇਜਿਆ। ਸੁਨੇਹਾ ਤਾਂ ਸੰਧਾਲੀਆ ਸਾਹਿਬ ਉਹ ਕਿਸੇ ਵੀ ਲੀਡਰ ਦੇ ਹੱਥ ਭੇਜ ਸਕਦੇ ਸੀ ਕਿ ਭਾਈ ਆਹ ਗੱਲਾਂ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਨੂੰ ਜਾ ਕਹਿ ਦਿਓ। ਭੇਜਿਆ ਜਾ ਸਕਦਾ ਸੁਨੇਹਾ, ਚਿੱਠੀ ਭੇਜਣ ਦੀ ਲੋੜ ਨਹੀਂ ਸੀ। ਜਦੋਂ ਦਾ ਟੈਲੀਫੋਨ ਲੱਗਿਆ ਵੈਸੇ ਹੀ ਲੋਕ ਚਿੱਠੀਆਂ ਪਾਉਣੀਆਂ ਭੁੱਲ ਗਿਆ, ਤਾਂ ਬੀਬੀ ਪ੍ਰਿਯੰਕਾ ਗਾਂਧੀ ਦੇ ਕੋਲ ਤਾਂ ਸੁੱਖ ਨਾਲ ਸਰਮਾਇਆ ਬਥੇਰਾ, ਤੇ ਉਹ ਕੋਈ ਕਿਸੇ ਵੀ ਢੰਗ ਤਰੀਕੇ ਸੁਨੇਹਾ ਭੇਜ ਸਕਦੇ ਸੀ ਜਿਹਦਾ ਲੋਕਾਂ ਨੂੰ ਸਾਨੂੰ ਤੁਹਾਨੂੰ ਪਤਾ ਹੀ ਨਾ ਲੱਗਦਾ। ਮੈਨੂੰ ਲੱਗਦਾ ਕਿ ਇਹ ਚਿੱਠੀ ਇਸ ਕਰਕੇ ਨਹੀਂ ਇਕੱਲੀ ਲਿਖੀ ਗਈ ਕਿ ਨਵਜੋਤ ਸਿੰਘ ਸਿੱਧੂ ਤੱਕ ਉਹ ਆਪਣੇ ਵਿਚਾਰ ਭੇਜਣਾ ਚਾਹੁੰਦੇ ਸੀ ਜਾਂ ਸੁਨੇਹਾ ਭੇਜਣਾ ਚਾਹੁੰਦੇ ਸੀ। ਉਹ ਚਿੱਠੀ ਸ਼ਾਇਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਜਾਂ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਵਿਖਾਉਣ ਦੇ ਲਈ ਵੀ ਭੇਜੀ ਗਈ ਹੈ। ਹੁਣ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਜਦੋਂ ਪ੍ਰਧਾਨ ਬਣੇ ਆ ਜਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਆ, ਉਹਦੇ ਪਿੱਛੇ ਬੀਬੀ ਪ੍ਰਿਯੰਕਾ ਗਾਂਧੀ ਦਾ ਬਹੁਤ ਵੱਡਾ ਹੱਥ। ਉਹਨਾਂ ਦੇ ਸੰਬੰਧ ਬੜੇ ਚੰਗੇ ਬੀਬੀ ਪ੍ਰਿਯੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ। ਅਪ੍ਰੈਲ ਦੇ ਵਿੱਚ ਉਹਨਾਂ ਦੀ ਸਜ਼ਾ ਮੁੱਕੇ ਜਾਣ ਦੇ ਅਸਾਰ ਨੇ, ਕਈ ਵਾਰੀ ਮਹੀਨਾ 2 ਮਹੀਨੇ ਛੋਟ ਵੀ ਮਿਲ ਜਾਂਦੀ ਹੈ। ਯਾਨੀ ਕਿ ਆਖਰੀ ਸਿਆਲ ਨੇ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ 1988 ਵਾਲੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਕੱਟਣੇ ਆ, ਉਹਦੇ ਤੋਂ ਬਾਅਦ ਉਹਨਾਂ ਨੇ ਆ ਜਾਣਾ। ਜੇ ਉਹ ਅਪ੍ਰੈਲ ਦੇ ਵਿੱਚ ਵੀ ਬਾਹਰ ਆ ਜਾਂਦੇ ਆ ਸੰਧਾਲੀਆ ਸਾਹਿਬ, ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੂਰਾ 1 ਸਾਲ ਹੋਣਾ, ਪੂਰਾ 1 ਸਾਲ। ਤੇ ਉਹ 1 ਸਾਲ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਗਰਮ ਰਹਿੰਦੇ ਆ, ਸਾਨੂੰ ਨਹੀਂ ਪਤਾ ਨਫਾ ਹੋਣਾ ਕਿ ਨੁਕਸਾਨ ਹੋਣਾ, ਪਰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਆਪਣੇ ਬੰਦੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਸਿੱਧੂ ਸਾਹਿਬ ਨੇ ਜੇਲ੍ਹ ਦੇ ਅੰਦਰ ਫੈਸਲਾ ਕਰ ਲਿਆ ਹੋਇਆ ਕਿ ਮੈਂ ਸਿਆਸੀ ਤੌਰ ਤੇ ਸਰਗਰਮ ਹੋਣਾ, ਜੇ ਕਾਂਗਰਸ ਥਾਂ ਨਹੀਂ ਮਿਲੂ, ਬੜੀ ਚਰਚਾ ਚੱਲਦੀ ਸੀ ਕਿ ਆਪਣੀ ਪਾਰਟੀ ਬਣਾਉਣਗੇ, ਕਿਸੇ ਹੋਰ ਪਾਸੇ ਜਾਣਗੇ, ਤਾਂ ਜਿਹੜੇ ਬੰਦੇ ਦੇ ਕੋਲੇ ਬੋਲਣ ਦੀ ਕਾਬਲੀਅਤ ਹੈਗੀ ਹੈ ਉਹਨੂੰ ਕਾਂਗਰਸ ਪਾਰਟੀ ਕਿਸੇ ਪਾਸੇ ਕਿਉਂ ਜਾਣ ਦਿਓ। ਦੂਸਰਾ, ਹੋ ਸਕਦਾ ਸੰਧਾਲੀਆ ਸਾਹਿਬ ਤੁਹਾਨੂੰ ਯਾਦ ਹੈ ਲੁਧਿਆਣੇ ਦੇ ਨੇੜੇ ਇੱਕ ਬਹੁਤ ਵੱਡੀ ਰੈਲੀ ਸੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ, ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸਨ, ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਸੀ। ਕਾਂਗਰਸ ਪਾਰਟੀ ਨੇ ਜੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਕੋਲ ਆਨਿਆ, ਰਾਹੁਲ ਗਾਂਧੀ ਚੇਚਾ ਆਏ ਸੀ ਦਿੱਲੀੋਂ ਤੇ ਰੈਲੀ ਦੇ ਵਿੱਚ 2 ਘੰਟੇ ਲੇਟ ਪੁੱਜੇ। ਇਸ ਕਰਕੇ ਕਿਉਂਕਿ ਰੈਲੀ ਦੇ ਨੇੜੇ ਜਿਹੜਾ ਹੋਟਲ ਸੀ, ਉਸ ਹੋਟਲ ਦੇ ਵਿੱਚ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਇਹ ਬੈਠੇ ਸੀ ਤੇ ਉਸ ਵੇਲੇ ਚਰਚਾ ਚੱਲਦੀ ਸੀ ਕਿ ਭਾਈ ਅਗਲਾ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋਊਗਾ। ਚਾਹਵਾਨ ਸਿੱਧੂ ਸਾਹਿਬ ਵੀ ਸੀ, ਛੱਡਣਾ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਹੀਂ ਸੀ ਚਾਹੁੰਦੇ, ਪਰ ਕਿਉਂਕਿ ਗਣਿਤ ਦੇਖਿਆ ਹੋਣਾ, ਵੋਟਾਂ ਵਾਲਾ ਅਨੁਪਾਤ ਦੇਖਿਆ ਹੋਣਾ, ਹਿਸਾਬ ਕਿਤਾਬ ਦੇਖਿਆ ਹੋਣਾ, ਤੇ ਰਾਹੁਲ ਗਾਂਧੀ ਹੋਰਾਂ ਨੇ ਸਿੱਧੂ ਸਾਹਿਬ ਨੂੰ ਮਨਾ ਲਿਆ ਸੀ। ਚੰਨੀ ਸਾਹਿਬ ਨੂੰ ਕਹਿਤਾ ਸੀ ਕਿ ਭਾਈ ਇਹ ਅਗਲੀ ਵਾਰ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹੋਣਗੇ। ਸਿੱਧੂ ਸਾਹਿਬ ਉਸ ਵੇਲੇ ਮੰਨ ਗਏ, ਮੁੜ ਕੇ ਆਪਣੇ ਹਲਕੇ ਤੱਕ ਸੀਮਤ ਰਹੇ। ਜੇ ਕਿਸੇ ਪੱਤਰਕਾਰ ਨੇ ਪੁੱਛਣਾ ਜੀ ਤੁਸੀਂ ਸਾਰੇ ਪੰਜਾਬ 'ਚ ਪ੍ਰਚਾਰ ਨਹੀਂ ਕਰਦੇ, ਉਹਨਾਂ ਨੇ ਕਹਿਣਾ ਸੀ ਕਿ ਭਾਈ ਮੁੱਖ ਮੰਤਰੀ ਚੰਨੀ ਸਾਹਿਬ ਨੇ, ਸੰਭਾਵੀ ਮੁੱਖ ਮੰਤਰੀ ਵੀ ਉਹੀ ਨੇ, ਜ਼ਿੰਮਾ ਵੀ ਹੁਣ ਉਹਨਾਂ ਦਾ। ਕਾਂਗਰਸ ਹਰ ਗਈ, ਸਿੱਧੂ ਸਾਹਿਬ ਹਰ ਗਏ, ਚੰਨੀ ਸਾਹਿਬ ਦੋਨਾਂ ਸੀਟਾਂ ਤੋਂ ਹਰ ਗਏ, ਪੱਲੇ ਕੱਖ ਨਾ ਰਿਹਾ, ਮੁੜ ਕੇ ਪੰਜਾਬ 'ਚ ਬਣਾ ਆਏ। ਤੇ ਹੁਣ ਹੋ ਸਕਦਾ ਕਿ ਹਾਈਕਮਾਂਡ ਸੋਚਦੀ ਹੋਵੇ ਕਿ ਭਾਈ ਉਦੋਂ ਚੰਨੀ ਸਾਹਿਬ ਦੀ ਜਗ੍ਹਾ ਦੇ ਉੱਤੇ ਜਿੱਤ ਤੇ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਦਿੱਤਾ ਹੁੰਦਾ ਤੇ ਸ਼ਾਇਦ 2-4 ਸੀਟਾਂ ਵਧੀਆਂ। ਅਸੀਂ ਨਹੀਂ ਕਹਿੰਦੇ ਕਿ ਭਾਈ ਕੌਣ ਲੀਡਰ ਚੰਗਾ ਜਾਂ ਕੌਣ ਲੀਡਰ ਮਾੜਾ, ਪਰ ਰੌਲਾ ਤਾਂ ਪੈਂਦਾ ਹੀ ਆ। ਨਹੀਂ, ਰੌਲਾ ਪੂਰਾ ਪੈਂਦਾ, ਪਰ ਮੈਨੂੰ ਲੱਗਦਾ ਵੀ ਇਹ ਨਾ ਹੁਣ ਵੇਲਾ ਲੰਘਾ ਕੇ ਲਿਖੀ ਗਈ ਚਿੱਠੀ ਹੈ, ਕਿਉਂਕਿ ਇਹ ਗੱਲ ਸਹੀ ਹੈ। ਉਦੋਂ ਬਹੁਤ ਚਰਚਾ ਸੀ ਇਸ ਚੀਜ਼ ਦੀ ਕਿ ਵੀ ਚਲੋ ਚੰਨੀ ਸਾਹਿਬ ਨੂੰ ਇੱਕ ਵਾਰ ਮੌਕਾ ਦੇ ਦਿੱਤਾ। ਉਹ ਗੱਲ ਸਾਹਮਣੇ ਬਾਅਦ 'ਚ ਆਈ ਜਦੋਂ ਜਾਖੜ ਸਾਹਿਬ ਨੇ ਵੀ ਕਹਿਤਾ ਵੀ ਕਿੱਥੇ ਮੈਨੂੰ 42 ਵੋਟਾਂ ਪਈਆਂ ਸੀ, ਕਿੱਥੇ ਜਿਹਨੂੰ 2 ਪਈਆਂ ਸੀ ਉਹਨੂੰ ਕਹਿਤਾ ਜੀ ਹਾਂਜੀ ਇਹਨੂੰ ਆਪਾਂ ਮੁੱਖ ਮੰਤਰੀ ਬਣਾ ਦਿੰਦੇ ਹਾਂ। ਤੇ ਬਾਅਦ ਦੇ ਵਿੱਚ ਵੀ ਜਦੋਂ ਚਰਚਾ ਇਹ ਚੱਲੀ ਵੀ ਚਲੋ ਜਾਖੜ ਸਾਹਿਬ ਪਾਸੇ ਹੋ ਗਏ ਜੀ, ਹੋਰ ਕੈਪਟਨ ਸਾਹਿਬ ਨੂੰ ਮੌਕਾ ਦੇਣਾ ਨਹੀਂ ਹੈ, ਸਿੱਧੂ ਸਾਹਿਬ ਦਾ ਨਾਮ ਬੜਾ ਸਾਹਮਣੇ ਗੂੰਜਦਾ ਸੀਗਾ, ਉਦੋਂ ਵੀ ਸਿੱਧੂ ਸਾਹਿਬ ਨੂੰ ਨਾ ਚੁਣ ਕੇ ਤੇ ਚੰਨੀ ਸਾਹਿਬ ਨੂੰ ਦੁਬਾਰਾ ਚੁਣ ਲਿਆ ਮੁੱਖ ਮੰਤਰੀ ਦੇ ਉਮੀਦਵਾਰ ਦੇ ਲਈ।
ਤੇ ਉਦੋਂ ਬਾਅਦ ਉਹ ਜੋ ਸਾਰਾ ਘਟਨਾਕ੍ਰਮ ਘਟਿਆ, ਮੇਰਾ ਖਿਆਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਯਾਦ ਵੀ ਆ ਗਿਆ ਹੋਣਾ ਫਿਲਮਾਂ ਨੂੰ। ਹੁਣ ਦੁਬਾਰਾ ਇੱਕ ਲੀਡਰ ਦਾ ਜਿਹੜਾ ਅਜੇ ਜੇਲ੍ਹ 'ਚ ਹੈ, ਅਜੇ ਉਹਦੀ ਸਜ਼ਾ ਪੂਰੀ ਹੋਣ ਦੇ ਵਿੱਚ ਵੀ ਕਈ ਮਹੀਨੇ ਬਾਕੀ ਨੇ, ਉਹਨੂੰ ਚਿੱਠੀ ਲਿਖ ਕੇ ਤੇ ਦੁਬਾਰਾ ਸਰਗਰਮੀ ਭਾਲਣੀ ਜਾਂ ਇਹ ਸੋਚਣਾ ਵੀ ਹਾਂ ਯਾਰ ਹੁਣ ਸ਼ਾਇਦ ਇਹ ਸਾਡੀ ਬੇੜੀ ਨੂੰ ਪਾਰ ਲਾ ਦੇਣੇ, ਮੈਨੂੰ ਬੜੀ ਹਾਸੋ ਹੋਣੀ ਜੀ ਗੱਲ ਲੱਗਦੀ। ਕਿਉਂਕਿ ਜੇ ਉਹ ਬਾਹਰ ਵੀ ਆ ਜਾਂਦੇ ਆ ਤੇ ਇੱਕ ਵੱਡਾ ਸਵਾਲ ਇਹ ਆ ਵੀ ਹੁਣ ਕੀ ਉਹਨਾਂ ਨੂੰ ਦੁਬਾਰਾ ਫੇਰ ਕਾਂਗਰਸ ਦਾ ਪ੍ਰਧਾਨ ਬਣਾ ਦੇਣਗੇ? ਕਿਉਂਕਿ ਜਦੋਂ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੂੰ ਬਣਾਇਆ ਗਿਆ ਸੀਗਾ, ਉਦੋਂ ਵੀ ਤੁਹਾਨੂੰ ਯਾਦ ਹੋਣਾ ਵੀ ਸਿੱਧੂ ਸਾਹਿਬ ਉਸ ਸਮਾਗਮ ਦੇ ਵਿੱਚ ਗਏ ਨਹੀਂ ਸੀ, ਪਹੁੰਚੇ ਜ਼ਰੂਰ ਸੀ ਪਰ ਉਦੋਂ ਪਾਸੇ ਬੈਠੇ ਰਹੇ ਸੀ, ਤੇ ਜਿੱਥੇ ਜਿੱਦਾਂ ਪਹੁੰਚਣਾ ਚਾਹੀਦਾ ਸੀ ਉਸ ਜਗ੍ਹਾ ਦੇ ਉੱਪਰ ਉਹ ਗਏ ਨਹੀਂ ਸੀ। ਹੁਣ ਉਹ ਸਾਰੀ ਕੜੱਤਣ ਜਿਹੜੀ ਹੈ ਜੀ ਉਹ ਮਿਟ ਗਈ ਹੋਊਗੀ, ਕਿਉਂਕਿ ਜਿੰਨਾ ਚਿਰ ਦੇ ਮੇਰਾ ਖਿਆਲ ਸਿੱਧੂ ਸਾਹਿਬ ਅੰਦਰ ਨੇ, ਕਿੰਨੇ ਕੁ ਲੀਡਰ ਉਹਨਾਂ ਨੂੰ ਉੱਥੇ ਜਾ ਕੇ ਮਿਲ ਕੇ ਆਏ ਇਹ ਵੀ ਆਪਾਂ ਨੂੰ ਪਤਾ, ਐਂਡ ਉਹ ਕਿੰਨਿਆਂ ਕੁ ਨੇ ਉੱਥੇ ਜਾ ਕੇ ਜਾਂ ਉਹਨਾਂ ਤੋਂ ਉਹਨਾਂ ਦੇ ਅੰਦਰ ਹੋਣ ਤੋਂ ਬਾਅਦ ਉਹਨਾਂ ਦੀ ਬਾਹਰ ਗੱਲ ਕੀਤੀ ਇਹ ਵੀ ਆਪਾਂ ਨੂੰ ਪਤਾ। ਹੁਣ ਇਹ ਚਿੱਠੀ ਉਹ ਕਿਤੇ ਇੱਦਾਂ ਤਾਂ ਨਹੀਂ ਵੀ ਅੰਦਰੋਂ ਖਾਤੇ ਕਿਤੇ ਕੋਈ ਇਹੋ ਜਿਹੀ ਖਬਰ ਸੁਣਨ ਨੂੰ ਮਿਲੀ ਹੋਵੇ ਵੀ ਸ਼ਾਇਦ ਸਿੱਧੂ ਸਾਹਿਬ ਵੀ ਹੁਣ ਅੰਦਰ ਬਹਿ ਕੇ ਮਨ ਬਣਾ ਬੈਠੇ ਆ ਵੀ ਛੱਡੋ ਯਾਰ ਹੁਣ ਕਾਂਗਰਸ ਪਾਰਟੀ ਦਾ ਤੇ ਕੁਛ ਨਹੀਂ, ਇਸ ਕਰਕੇ ਨਾ ਚਿੱਠੀ ਲਿਖੀ ਹੋਈ ਵੀ ਨਹੀਂ ਮਹਾਰਾਜ ਇੱਦਾਂ ਨਾ ਕਰੋ, ਤੁਸੀਂ ਨਾ ਸਾਥ ਛੱਡਦੇ ਹੁਣ ਅੱਗੇ ਸਾਰੇ ਛੱਡੀ ਜਾਂਦੇ। ਕੁਛ ਵੀ ਸੰਭਵ ਹੋ ਸਕਦਾ ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਚਿੱਠੀ ਲਿਖਤ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਹੁੰਦੀ ਆ, ਬੰਦੇ ਸਾਹਮਣੇ ਹੁੰਦੇ ਆ। ਇੱਕ ਪਾਸੇ ਉਹ 4 ਅੱਖਰ ਝਰੀਟੇ ਬੀਬੀ ਪ੍ਰਿਯੰਕਾ ਗਾਂਧੀ ਨੇ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਜਾ ਕੇ ਕੋਰੇ ਕਾਗਜ਼ ਦੇ ਉੱਤੇ ਲਿਖ ਦਿੱਤਾ। ਉਹ ਕਹਿੰਦੇ ਆ ਜਾਓ, ਮੈਂ ਲਿਖ ਕੇ ਗਰੰਟੀ ਦਿੰਨਾ ਕਿ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਜਿਸ ਦਿਨ ਨਤੀਜੇ ਆਉਣੇ ਆ ਸਰਕਾਰ ਸਾਡੀ ਬਣਨੀ ਹੈ। ਸਾਰੇ ਹੈਰਾਨ, ਇਹ ਕਿਵੇਂ? ਕਿਉਂਕਿ ਇਹ ਤਾਂ ਲੋਕ ਮੰਨਦੇ ਆ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉੱਥੇ ਚੰਗੀ ਰਹਿਣੀ ਆ, ਕਿਉਂਕਿ ਪਹਿਲਾਂ ਕੋਈ ਕਾਰਗੁਜ਼ਾਰੀ ਨਹੀਂ ਹੈ, ਪਹਿਲਾਂ ਉਹਨਾਂ ਦਾ ਇੱਕ ਵੀ ਨਹੀਂ ਐਮਐਲਏ। ਜੇ ਉੱਥੇ ਖਾਤਾ ਖੁੱਲਦਾ 2 4 12 22 32 42 ਜਿੱਤਦੇ ਆ, ਸਾਰਾ ਵਾਧਾ ਹੀ ਹੈ। ਆਮ ਆਦਮੀ ਪਾਰਟੀ ਕੋ ਗਵਾਉਣ ਨੂੰ ਕੁਛ ਨਹੀਂ ਗੁਜਰਾਤ ਦੇ ਵਿੱਚ। ਪਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਪਤਾ ਕਿ ਹਵਾ ਕਿੱਦਾਂ ਬਣਾਈ ਦੀ ਆ। ਲਾਸਟ ਮੂਮੈਂਟ ਤੱਕ, ਆਖਰੀ ਪਲਾਂ ਤੱਕ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਜਿਹੜਾ ਉਹ ਕਿਵੇਂ ਰੱਖਣਾ ਹੈ, ਉਹ ਬਹੁਤ ਚੰਗੇ ਤਰੀਕੇ ਜਾਣਦੇ ਆ। ਉਹਨਾਂ ਨੇ ਲਿਖਤੀ ਕਹਿਤਾ, ਉਹ ਕਹਿੰਦੇ ਜੀ ਦੇਖੋ ਮੈਂ ਪੰਜਾਬ ਦੇ ਬਾਬਤ ਭਵਿੱਖਬਾਣੀ ਕੀਤੀ ਸੀ ਨਾ ਕਿ 100 ਸੀਟਾਂ ਆਉਣਗੀਆਂ, ਸਾਡੀ ਸਰਕਾਰ ਬਣੂਗੀ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਨਗੇ। ਉਹ ਕਹਿੰਦੇ ਜੀ ਮੈਨੂੰ ਇੱਕ ਗੱਲ ਦੱਸੋ ਕਿ ਉਹ ਪੂਰਾ ਹੋਇਆ ਕਿ ਨਹੀਂ ਹੋਇਆ? ਤਾਂ ਜੇ ਕਹਿੰਦੇ 8 ਮਹੀਨੇ ਪਹਿਲਾਂ ਮੈਂ ਏਦਾਂ ਹੀ ਜਿੱਦਾਂ ਅੱਜ ਗੁਜਰਾਤ ਦੇ ਵਿੱਚ ਆਇਆ ਉਦਾਂ ਹੀ ਪੰਜਾਬ ਜਾਂਦਾ ਸੀ, ਉੱਥੇ ਜਿਹੜੀ ਭਵਿੱਖਬਾਣੀ ਕਰਦਾ ਸੀ ਉਹ ਠੀਕ ਸਾਬਤ ਹੁੰਦੀ ਹੈ। ਤੇ ਗੁਜਰਾਤ ਦੇ ਲੋਕੋ, ਮੈਂ ਤੁਹਾਨੂੰ ਵੀ ਗਲਤ ਨਹੀਂ ਕਹਿੰਦਾ, ਸਰਕਾਰ ਸਾਡੀ ਬਣਨੀ ਹੈ। ਦੂਸਰਾ, ਜਿਹੜੀ ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਪੁਰਾਣੀ ਪੈਨਸ਼ਨ ਸਕੀਮ ਦੀ, ਸੰਧਾਲੀਆ ਸਾਹਿਬ, ਕਿ ਪੰਜਾਬ 'ਚ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ, ਹਾਲਾਂਕਿ ਉਹਦੇ ਲਈ ਰੁਪਈਆ ਟਕਾ ਕਿੱਥੋਂ ਆਉਣਾ ਉਹ ਬਾਅਦ ਦੀ ਗੱਲ ਹੈ। ਤੇ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਜੀ ਪੰਜਾਬ 'ਚ ਸਰਕਾਰ ਬਣੀ, ਮਹੀਨੇ ਅਜੇ 8 ਨਹੀਂ ਹੋਏ ਤੇ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਤੀ ਹੈ। ਉਹ ਕਹਿੰਦੇ ਗੁਜਰਾਤ ਵਾਲਿਓ, ਤੁਹਾਡੇ ਨਾਲ ਮੈਂ ਵਾਅਦਾ ਕਰਦਾ, ਗੱਲਾਂ ਨਹੀਂ ਕਰਦਾ, ਕੰਮ ਕਰਦਾ। ਜੇ ਤੁਸੀਂ ਸਾਡੀ ਦਸੰਬਰ ਦੇ ਨਤੀਜਿਆਂ ਦੇ ਵਿੱਚ ਸਰਕਾਰ ਬਣਾਤੀ ਤਾਂ 31 ਜਨਵਰੀ ਤੋਂ ਪਹਿਲਾਂ ਗੁਜਰਾਤ ਦੇ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦੇਵਾਂਗੇ। ਪਤਾ ਤਾਂ ਖੇਡਦੇ ਆ ਸੰਧਾਲੀਆ ਸਾਹਿਬ, ਪੂਰਾ ਸਿੱਧਾ ਪੈਂਦਾ ਕਿ ਪੁੱਠਾ, ਇਹ ਗੁਜਰਾਤੀਆਂ ਨੇ ਦੇਖਣਾ। ਨਹੀਂ, ਇਹ ਵੈਸੇ ਕਾਗਜ਼ ਤੇ ਲਿਖ ਕੇ ਦੇਣ ਵਾਲੀ ਗੱਲ ਤੇ ਕਿਤੇ ਨਾ ਕਿਤੇ ਯਾਦ ਆਉਂਦੀ ਹੋਣੀ ਪੰਜਾਬ ਵਾਲਿਆਂ ਨੂੰ ਵੀ, ਕਿਉਂਕਿ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਕਾਗਜ਼ ਤੇ ਲਿਖਿਆ ਸੀਗਾ। ਪਰ ਗੱਲ ਇਹ ਵੀ ਪੰਜਾਬ ਦੇ ਵਿੱਚ ਉਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਸੀਗੀ, ਮਤਲਬ ਕਿਤੇ ਨਾ ਕਿਤੇ ਦੂਸਰੇ ਨੰਬਰ ਦੀ ਪਾਰਟੀ ਸੀਗੀ, ਐਂਡ ਦੂਸਰੇ ਨੰਬਰ ਤੋਂ ਪਹਿਲੇ ਨੰਬਰ ਤੇ ਜਾਣਾ ਉਦੋਂ ਸਮਝ ਵੀ ਆਉਂਦਾ ਸੀ। ਪਰ ਗੁਜਰਾਤ ਦੇ ਵਿੱਚ ਤੇ ਇਸ ਵਕਤ ਖਾਤਾ ਵੀ ਨਹੀਂ ਖੁੱਲ੍ਹਿਆ, ਤੇ ਜਿਹੜੀ ਪਾਰਟੀ ਇਸ ਵਕਤ ਉੱਥੇ ਰਾਜ ਕਰਦੀ ਪਈ ਹੈ ਇੰਨੇ ਦਹਾਕਿਆਂ ਤੋਂ, ਉਸੇ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ। ਤੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਕੱਲ੍ਹ ਰੋਡ ਸ਼ੋਅ ਕੀਤਾ, ਕਹਿੰਦੇ ਬੜਾ ਲੰਮਾ ਚੌੜਾ ਰੋਡ ਸ਼ੋਅ ਸੀਗਾ। ਐਂਡ ਜਿਸ ਤਰ੍ਹਾਂ ਗੱਡੀ 'ਚੋਂ ਬਾਹਰ ਆ ਕੇ ਲੋਕਾਂ ਦੇ ਨਾਲ ਉਹਨਾਂ ਨੇ ਹੱਥ ਲਾ ਕੇ ਤੇ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਪਿਆਰ ਜ਼ਾਹਰ ਕੀਤਾ ਆਪਣਾ। ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇੰਨੇ ਚਿਰ ਤੋਂ ਗੁਜਰਾਤ ਜਿਹੜਾ ਜੀ ਉਹ ਮੇਰਾ ਆਪਣਾ ਘਰ ਆ, ਤੇ ਗੁਜਰਾਤ ਦੇ ਲਈ ਇੰਨਾ ਕੁਛ ਮੈਂ ਕੀਤਾ, ਹੁਣ ਤੇ ਕੇਂਦਰ 'ਚ ਸਾਡੀ ਸਰਕਾਰ ਆ। ਤੇ ਕਿਹੜਾ ਸ਼ਬਦ ਉਹ ਵਾਰ-ਵਾਰ ਵਰਤਦੇ ਹੁੰਦੇ, ਡਬਲ ਇੰਜਨ ਵਾਲੀ ਸਰਕਾਰ। ਉਹ ਕਹਿੰਦੇ ਵੀ ਡਬਲ ਇੰਜਨ ਵਾਲੀ ਸਰਕਾਰ ਦਾ ਮਜ਼ਾ ਗੁਜਰਾਤ ਵਾਲੇ ਦੇਖ ਰਹੇ ਨੇ, ਤੇ ਸਾਨੂੰ ਪੂਰੀ ਆਸ ਆ ਵੀ ਇਸ ਚੀਜ਼ ਤੋਂ ਆਸੇ-ਪਾਸੇ ਨਹੀਂ ਹੋਣਗੇ ਗੁਜਰਾਤ ਵਾਲੇ। ਹੁਣ ਮੈਨੂੰ ਲੱਗਦਾ ਵੀ ਜੇ ਗੁਜਰਾਤ ਦੇ ਵੋਟਰ ਦੀ ਗੱਲ ਕਰੀਏ, ਉਹ ਤਾਂ ਵਿਚਾਰਾ ਕਨਫਿਊਜ਼ ਹੋ ਗਿਆ ਹੋਣਾ ਵੀ ਯਾਰ ਆ ਜਿਹੜੇ ਨਵੇਂ ਆਏ ਆ ਇਹ ਕਹਿੰਦੇ ਅਸੀਂ ਲਿਖ ਕੇ ਦੇਤਾ, ਅਸੀਂ ਤੁਹਾਨੂੰ ਸਾਰਾ ਕੁਝ ਸੈੱਟ ਕਰ ਦਿਆਂਗੇ, ਇਹਨਾਂ ਦੀ ਮੰਨੀਏ। ਜਾਂ ਫਿਰ ਜਿਨ੍ਹਾਂ ਦੀ ਅੱਗੇ ਸਰਕਾਰ ਇੱਥੇ ਆ, ਅਗਾਂਹ ਕੇਂਦਰ 'ਚ ਵੀ ਆ, ਅਗਾਂਹ ਉਹ ਇਹ ਵੀ ਕਹੀ ਜਾਂਦੇ ਆ ਵੀ ਆਪਣਾ ਘਰ ਆ, ਘਰ ਦੇ ਬੰਦੇ ਤੁਹਾਡੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਉੱਪਰ ਯਕੀਨ ਕਰੀਏ। ਸੋ ਇੱਕ ਗੱਲ ਤਾਂ ਹੈਗੀ ਆ ਵੀ ਕਨਫਿਊਜ਼ ਤਾਂ ਹੋਊਗਾ ਉੱਥੋਂ ਦਾ ਵੋਟਰ, ਪਰ ਇਹ ਸਾਰੇ ਕੁਛ ਇਸ ਤੋਂ ਪਿਛਲੀ ਪਾਰਟੀ ਜਿਹੜੀ ਆਪਾਂ ਗੱਲ ਕਰਦੇ ਸੀ ਕਾਂਗਰਸ ਪਾਰਟੀ, ਉਹਨਾਂ ਦਾ ਕੋਈ ਨਾਂ ਹੀ ਨਹੀਂ ਲੈ ਕੇ ਰਾਜੀ।
ਹੁਣ ਮੈਂ ਸੁਣ ਰਿਹਾ ਸੀ ਰਾਜਾ ਵੜਿੰਗ ਸਾਹਿਬ ਦੀ ਗੱਲ ਵੀ, ਤੇ ਰਵਨੀਤ ਸਿੰਘ ਬਿੱਟੂ ਸਾਹਿਬ, ਮੁਹੰਮਦ ਸਦੀਕ ਸਾਹਿਬ ਵੀ ਬੋਲੇ ਉਸ ਚੀਜ਼ ਤੇ। ਉਹ ਕਹਿੰਦੇ ਜੀ ਰਾਹੁਲ ਗਾਂਧੀ ਸਾਹਿਬ ਇਸ ਵਕਤ, ਸਦੀਕ ਸਾਹਿਬ ਨੇ ਤਾਂ ਪੰਜਾਬ ਜੋੜੋ ਯਾਤਰਾ ਹੀ ਕਹਿਤਾ, ਖੈਰ ਹੈ ਤਾਂ ਭਾਰਤ ਜੋੜੋ ਯਾਤਰਾ। ਉਹ ਕਹਿੰਦੇ ਭਾਰਤ ਜੋੜੋ ਯਾਤਰਾ ਉਹਨਾਂ ਨੇ ਸੰਧਾਲੀਆ ਸਾਹਿਬ ਠੀਕ ਕਿਹਾ, ਕਾਂਗਰਸ ਪਾਰਟੀ ਜਿਹੜਾ ਖਲਾਰਾ ਪੰਜਾਬ 'ਚ ਪਿਆ ਪੰਜਾਬ ਜੋੜੋ ਹੀ ਆ। ਮੈਂ ਵੀ ਇਸ ਕਰਕੇ ਸਦੀਕ ਸਾਹਿਬ ਦੇ ਮੂੰਹ ਨਿਕਲ ਗਿਆ ਹੋਵੇ, ਪਰ ਚਲੋ ਮਾਇਨੇ ਆਪਾਂ ਸਮਝ ਲਈਏ। ਉਹ ਕਹਿੰਦੇ ਜਿਹੜੀ ਭਾਰਤ ਜੋੜੋ ਯਾਤਰਾ ਉਹਨਾਂ ਦੀ ਚੱਲਦੀ ਪਈ ਆ, ਉਹ ਵੀ ਕਹਿੰਦੇ ਜਨਵਰੀ 'ਚ ਆਉਣ ਵਾਲੀ ਆ ਸਾਡੇ ਕੋਲੇ, ਤੇ ਤੁਸੀਂ ਦੇਖੋਗੇ ਵੀ ਜਿੰਨਾ ਭਰਵਾਂ ਹੁੰਗਾਰਾ ਰਾਹੁਲ ਗਾਂਧੀ ਸਾਹਿਬ ਨੂੰ ਦੇਸ਼ ਭਰ 'ਚੋਂ ਮਿਲ ਰਿਹਾ, ਉੱਦਾਂ ਦਾ ਹੁੰਗਾਰਾ ਹੀ ਪੰਜਾਬ 'ਚੋਂ ਮਿਲਣਾ, ਤੇ ਕਾਂਗਰਸ ਪਾਰਟੀ 2024 ਦੇ ਵਿੱਚ ਇੱਕ ਵਾਰ ਫਿਰ ਤੋਂ ਉੱਭਰ ਕੇ ਸਾਹਮਣੇ ਆਊਗੀ। ਤੇ ਦਾਅਵਾ ਬਿੱਟੂ ਸਾਹਿਬ ਦਾ ਵੀ, ਸਦੀਕ ਸਾਹਿਬ ਦਾ ਵੀ ਇਹ ਹੈ ਵੀ 2024 'ਚ ਦੇਸ਼ 'ਚ ਕਾਂਗਰਸ ਦੀ ਸਰਕਾਰ ਹੋਣੀ। ਦੇਖੋ ਸਾਧੂ ਸਿੰਘ ਧਰਮਸੋਤ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਅਸੀਂ ਬਹੁਤਾ ਬੋਲਦੇ ਨਹੀਂ ਹੁੰਦੇ, ਅਸੀਂ ਤਾਂ ਜੇ ਆਮ ਆਦਮੀ ਪਾਰਟੀ ਨੂੰ ਟਾਈਮ ਦੇ ਰਹੇ ਹਾਂ। ਤੁਸੀਂ ਦੇਖੀ ਜਾਓ 2024 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਨੇਰੀਆਂ ਕਿੱਦਾਂ ਲਿਆਉਣੀਆਂ ਕਾਂਗਰਸ ਦੇ ਹੱਕ 'ਚ, ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਕੀ ਬਾਰ-ਬਾਰ ਕਹੀ ਜਾਈਏ, ਲੋਕ ਅੱਕੇ ਪਏ ਆ, ਥੱਕੇ ਪਏ ਆ। ਚਲੋ ਧਰਮਸੋਤ ਸਾਹਿਬ ਵੀ ਤਾਂ ਹੁਣ ਲੋਕਾਂ ਨੇ ਦੇਖਣਾ ਕਿ ਉਹ ਕਿੰਨਾ ਕੁ ਅੱਕੇ ਨੇ ਤੇ ਕਿੰਨਾ ਕੁ ਥੱਕੇ ਨੇ। ਬਾਕੀ ਸੰਧਾਲੀਆ ਸਾਹਿਬ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਬੜੀਆਂ ਨਮੋਸ਼ੀ ਵਾਲੀਆਂ ਵੀ ਨੇ, ਸਾਨੂੰ ਜਿਹਦੇ ਤੇ ਸੋਚਣਾ ਤੇ ਵਿਚਾਰਨਾ ਪਊਗਾ। ਹੁਣ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ਸੀ, ਉਹਦੇ ਵਿੱਚ ਵੀ ਜਿੰਨੇ ਸੱਜਣ ਮਿਲਦੇ ਸੀ ਪੰਜਾਬ ਦਾ ਮਾਹੌਲ ਪੁੱਛਦੇ ਸੀ, ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੁੱਛਦੇ ਸੀ। ਪੰਜਾਬ ਜਾਣਾ ਚਾਹੁੰਦੇ ਆ ਸਾਰੇ, $4 ਰੁਪਏ ਵੀ ਖਰਚਣਾ ਚਾਹੁੰਦੇ ਆ ਉੱਥੇ, ਪਰ ਜਿਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਕਿ ਪੰਜਾਬ ਦੇ ਵਿੱਚ ਸਥਿਤੀ ਕਿੱਦਾਂ ਦੀ, ਉਹਦੇ ਕਰਕੇ ਥੋੜੀ ਜਿਹੀ ਸ਼ੰਕਾ ਵੀ ਹੈ। ਹੁਣ ਅਮਨ ਤੇ ਕਾਨੂੰਨ ਦੀ ਸਥਿਤੀ ਜਿਹੜੀ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਕਹਿਤਾ ਕਿ ਲਾਇਸੈਂਸੀ ਹਥਿਆਰ ਨਹੀਂ ਬੰਦ ਕਰਨਾ ਕੋਈ ਫਰਕ ਪੈਣਾ, ਜਿਹੜੇ ਗੈਰ ਕਾਨੂੰਨੀ ਹਥਿਆਰ ਤੁਰੇ ਫਿਰਦੇ ਆ ਤੇ ਜਿਹੜੇ ਬੰਦੇ ਉਹਨਾਂ ਨੂੰ ਲੈ ਕੇ ਤੁਰੇ ਫਿਰਦੇ ਆ, ਨੱਥ ਉਹਨਾਂ ਨੂੰ ਪਾਉਣੀ ਪਊਗੀ। ਠੀਕ ਹੈ ਜੀ, ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਇਸੈਂਸੀ ਹਥਿਆਰਾਂ ਦੀ ਵੈਰੀਫਿਕੇਸ਼ਨ ਚੱਲ ਰਹੀ, ਆਪਾਂ ਨੂੰ ਪਤਾ ਹੈ। ਸੰਧਾਲੀਆ ਸਾਹਿਬ ਕੱਲੇ ਮੋਗੇ ਜ਼ਿਲ੍ਹੇ 'ਚ 700 ਤੋਂ ਵੱਧ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਜਾਂਚ ਟੀਮਾਂ ਨੇ। ਜਦੋਂ ਪਤਾ ਕਰ ਰਹੇ ਸੀ ਅੱਛਾ ਆ ਵੀ ਅਸਲੇ ਦਾ ਲਾਇਸੈਂਸ ਹੈ, ਲਿਆਓ ਜੀ ਕਾਗਜ਼ ਪੱਤਰ, ਅਪਰਾਧਿਕ ਰਿਕਾਰਡ ਦੇਖੋ। ਹੁਣ ਇਹ 700 ਬੰਦੇ ਕੌਣ ਨੇ? 700 ਦਾ ਮਤਲਬ ਸਤੂਤੀ ਹੈ 2100। ਇਹ 700 ਅਸਲਾ ਲਾਇਸੈਂਸਾਂ ਦੇ ਉੱਤੇ 2100 ਹਥਿਆਰ ਜਾਂ ਤਾਂ ਰੱਖਿਆ ਗਿਆ ਸੀ ਤੇ ਜਾਂ ਰੱਖਿਆ ਜਾ ਸਕਦਾ ਸੀ। ਉਹਦੇ ਵਿੱਚ ਫਿਰ ਉਹੀ ਗੱਲ ਆਈ, ਕਈ ਬੰਦਿਆਂ ਨੇ ਅਸਲੇ ਦੇ ਲਾਇਸੈਂਸ ਜਾਲੀ ਫਰਜ਼ੀ ਐਡਰੈਸ ਪ੍ਰੂਫ ਦੇ ਕੇ ਬਣਾਏ ਹੋਆ। ਦੂਸਰਾ, ਕਈ ਵਾਰੀ ਆਪਾਂ ਨੂੰ ਪਤਾ ਕਿ ਇਲੈਕਸ਼ਨ ਤੋਂ ਪਹਿਲਾਂ ਜਾਂ ਕਈ ਹੋਰ ਮੁੱਦਿਆਂ ਦੇ ਉੱਤੇ ਸਰਕਾਰ ਫਰਮਾਨ ਜਾਰੀ ਕਰਦੀ ਹੁੰਦੀ ਹੈ ਕਿ ਭਾਈ ਆਪਣੇ ਹਥਿਆਰ ਥਾਣੇ ਜਮ੍ਹਾਂ ਕਰਾ ਦਿਓ। ਕਈਆਂ ਨੇ ਉਹ ਕਰਾਏ ਨਹੀਂ ਸੀ, ਕਈਆਂ ਦੇ ਉੱਤੇ ਕਈ ਅਪਰਾਧਿਕ ਕੇਸ ਹੋ ਗਿਆ ਸੀ। ਸੋ ਜੇ ਇੱਕ ਮੋਗੇ ਵਰਗੇ ਜ਼ਿਲ੍ਹੇ ਦੇ ਵਿੱਚ ਹੀ ਸੰਧਾਲੀਆ ਸਾਹਿਬ 700 ਅਸਲਾ ਲਾਇਸੈਂਸ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਸ਼ੱਕੀ ਲੱਭਦੇ ਆ, ਉਹਨਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਸਾਰੇ ਪੰਜਾਬ ਦੇ ਵਿੱਚ ਗਿਣਤੀ ਕਿੱਥੇ ਤੱਕ ਪਹੁੰਚ ਜਾਣੀ ਆ, ਮਾੜਾ ਜਿਹਾ ਹਿਸਾਬ ਲਾ ਲਓ। ਹਾਂਜੀ, ਇਹ ਤਾਂ ਗੱਲ ਹੈਗੀ ਆ। ਹੁਣ ਤੁਸੀਂ ਦੇਖ ਲਓ ਜਿੰਨੇ ਜ਼ਿਲ੍ਹੇ ਆ ਤੇ ਹਰੇਕ ਜ਼ਿਲ੍ਹੇ ਦੀ ਐਵਰੇਜ 700-800 ਵੀ ਆਪਾਂ ਲਾ ਲਈਏ, 1000 ਵੀ ਲਾ ਲਈਏ, ਤੇ ਕਿੰਨੇ ਹਜ਼ਾਰ ਜਿਹੜੇ ਲਾਇਸੈਂਸ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਲੱਗਿਆ ਵੀ ਉਹ ਠੀਕ ਨਹੀਂ ਆ। ਬਾਕੀ ਚਲੋ ਆਸ ਕਰਦੇ ਹਾਂ ਵੀ ਇਹ ਸਾਰੇ ਕੁਛ ਨੂੰ ਵੀ ਪੰਜਾਬ ਸਰਕਾਰ ਦਰੁਸਤ ਕਰੇ, ਕਿਉਂਕਿ ਜੇ ਵਿਕਾਸ ਦੀ ਗੱਲ ਆ ਤੇ ਵਿਕਾਸ ਦੇ ਵਿੱਚ ਹਾਲਾਤ ਸਭ ਤੋਂ ਪਹਿਲਾਂ ਆਉਂਦੇ ਵੀ ਉਹ ਕਿੱਦਾਂ ਦੇ ਆ। ਆਪਣੇ ਜਾਣ ਦਾ ਵੇਲਾ ਹੋ ਗਿਆ WhatsApp, ਚੱਲੀਏ ਫਿਰ। ਜਾਣਾ ਹੀ ਪੈਣਾ ਸੰਧਾਲੀਆ ਸਾਹਿਬ, ਇਹ ਤੋਂ ਬਿਨਾਂ ਚਾਰਾ ਕੋਈ ਨਹੀਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।